ਜਿਹੜਾ ਭਾਰਤ ਦਾ ਸੰਵਿਧਾਨ ਆ, ਜਿਹੜੀ ਭਾਰਤ ਦੀ ਲੋਕਤੰਤਰਿਕ ਆਤਮਾ ਆ, ਉਹ ਸਾਰੀ ਉਸ ਸੰਵਿਧਾਨ ਦੇ ਵਿੱਚ ਵੱਸਦੀ ਆ। ਤੁਸੀਂ ਬੀਇੰਗ ਐਨ ਐਡਵੋਕੇਟ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਦੇ ਆ ਕਿ ਇਹਦੀ ਕਿੰਨੀ ਕੁ ਐਕਸਪਲੇਨੇਸ਼ਨ ਕੋਰਟਸ ਦੇ ਵਿੱਚ ਹੁੰਦੀ ਆ, ਕਿੰਨੀ ਇਹਦੀ ਜ਼ਰੂਰਤ ਰਹਿੰਦੀ ਆ, ਤੇ ਜੇਕਰ ਇਹੋ ਜਿਹਾ ਸੰਵਿਧਾਨ ਸਾਡੇ ਮੁਲਕ ਕੋਲ ਨਾ ਹੁੰਦਾ ਤੇ ਅਸੀਂ ਕਿੱਥੇ ਖੜੇ ਹੁੰਦੇ। ਤੇ ਕੁਝ ਦੇਰ ਬਾਅਦ ਹੀ ਵਿਰਸਾ ਸਿੰਘ ਬਲਟੋਹਾ ਜਿਹੜੇ ਅਕਾਲੀ ਲੀਡਰ ਨੇ, ਵੱਡੇ ਲੀਡਰ ਕਹਿ ਲਓ ਤੁਸੀਂ, ਉਹਨਾਂ ਨੇ ਇੱਕ ਟਵੀਟ ਕੀਤਾ ਕਿ ਭਗਵੰਤ ਮਾਨ ਉੱਥੇ ਸ਼ਰਾਬ ਪੀਤੀ ਹੋਣ ਦੇ ਬਾਵਜੂਦ ਉੱਥੇ ਗਏ ਨੇ ਤੇ ਉਹਨਾਂ ਦਾ ਜਿਹੜਾ ਮੈਡੀਕਲ ਟੈਸਟ ਆ ਉਹ ਹੋਣਾ ਚਾਹੀਦਾ। ਤੇ ਬਹੁਤ ਸਾਰੇ ਸਾਡੇ ਲੀਡਰਾਂ ਵਾਂਗ ਜਿੱਦਾਂ ਲੀਡਰ ਸਹੁੰਆਂ ਖਾਂਦੇ ਨੇ, ਚਾਹੇ ਉਹ ਕੈਪਟਨ ਸਾਹਿਬ ਦੀ ਸਹੁੰ ਹੋਵੇ, ਚਾਹੇ ਉਹ ਕੇਜਰੀਵਾਲ ਸਾਹਿਬ ਦੀ ਸਹੁੰ ਹੋਵੇ, ਇਸ ਤਰੀਕੇ ਦੇ ਨਾਲ ਭਗਵੰਤ ਮਾਨ ਦੀ ਖਾਧੀ ਹੋਈ ਸਹੁੰ ਵੀ ਜਿਹੜੀ ਆ ਉਹ ਬੜੀ ਮਸ਼ਹੂਰ ਹੋਈ ਸੀ। ਜੇਕਰ ਇਹ ਸਰਕਾਰ ਦੁਬਾਰਾ ਉਸ ਮਸਲੇ ਨੂੰ ਉਠਾਉਂਦੀ ਆ ਤੇ ਸਾਧੂ ਸਿੰਘ ਧਰਮਸੋਤ ਜਿਹੜੇ ਆ ਉਹਨਾਂ ਦੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਵੱਧ ਸਕਦੀਆਂ ਨੇ। ਪਿਛਲੇ 2-1 ਦਿਨਾਂ ਤੋਂ ਪੰਜਾਬ ਦੇ ਕੁਝ ਵੱਡੇ ਅਫਸਰ, ਜਿਨ੍ਹਾਂ 'ਚ ਚੀਫ ਸੈਕਟਰੀ ਤੇ ਪਾਵਰ ਸੈਕਟਰੀ ਦਿੱਲੀ ਗਏ ਸੀ, ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਉਸ ਸਵਾਲ ਦਾ ਉਹਨਾਂ ਨੇ ਇੱਕ ਬੜਾ ਅਟਪਟਾ ਜਿਹਾ ਜਵਾਬ ਤੁਸੀਂ ਇਹਨੂੰ ਕਹਿ ਸਕਦੇ ਹੋ। ਉਹਨਾਂ ਨੇ ਕਿਹਾ ਕਿ ਉਹ ਜਿਹੜੇ ਆਫਿਸਰਸ ਨੇ ਉਹ ਉੱਥੇ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਲਈ ਗਏ ਸਨ, ਨਾ ਕਿ ਕਿਸੇ ਫੈਸਲੇ ਲਈ ਕਿਸੇ ਮੀਟਿੰਗ ਦੇ ਵਿੱਚ। ਤੇ ਅਸੀਂ ਜਾਣਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਅਜਿਹੇ ਬਹੁਤ ਸਾਰੇ ਕੰਮ ਕਰਦੇ ਨੇ ਜਿਹਦੇ ਵਿੱਚ ਉਹਨਾਂ ਦਾ ਨਾਮ ਆਵੇ, ਚਾਹੇ ਉੱਥੇ ਫਿਰ ਬੀਤੇ ਦਿਨਾਂ ਦੇ ਵਿੱਚ ਹੀ ਲਤਾ ਦੀਨਾਨਾਥ ਮੰਗੇਸ਼ਕਰ ਅਵਾਰਡ ਉਹਨਾਂ ਨੂੰ ਮਿਲਿਆ, ਉਹ ਕਹਿੰਦੇ ਪਹਿਲਾ ਹੀ ਅਵਾਰਡ ਸੀ ਤੇ ਉਹ ਉਹਨਾਂ ਨੇ ਲਿਆ। ਕਿ ਮੇਕ ਇਨ ਇੰਡੀਆ ਦੀ ਗੱਲ ਕਰਦੇ ਹਾਂ ਤੇ ਜਦੋਂ ਤੁਸੀਂ ਇੱਕ ਮੋਨੂਮੈਂਟ, ਇੱਕ ਵੱਡੀ ਸਮਾਰਕ ਦਾ ਇੱਥੇ ਨਿਰਮਾਣ ਕਰਦੇ ਹਾਂ ਤਾਂ ਉਹੀ ਮੂਰਤੀ ਫਿਰ ਤੁਸੀਂ ਚੀਨ ਤੋਂ ਬਣਾ ਕੇ ਲਿਆਉਂਦੇ ਆ। ਟਰੰਪ ਸਾਹਿਬ ਨੇ ਤਾਂ ਸਾਫ਼-ਸਾਫ਼ ਇਲਜ਼ਾਮ ਲਾਤਾ ਸੀਗਾ ਕਿ ਕੋਵਿਡ ਜਿਹੜਾ ਉਹ ਫੈਲਾਇਆ ਹੀ ਚੀਨ ਨੇ ਆ, ਪਰ ਵਪਾਰ ਉਹਨਾਂ ਦਾ ਫਿਰ ਵੀ ਜਿਹੜਾ ਆ ਉਹ ਵੱਧ ਫੁੱਲ ਰਿਹਾ। ਹੁਣ ਲੱਖ ਵੱਡੇ ਲੀਡਰ ਕਹੀ ਜਾਣ ਕਿ ਨਹੀਂ ਅਸੀਂ ਬੜੇ ਇਮਾਨਦਾਰ ਆ, ਇਹ ਅਕਸਰ ਸਹੁੰਆਂ ਖਾਂਦੇ ਨੇ, ਅਕਸਰ ਦਮਗਜੇ ਮਾਰਦੇ ਨੇ ਕਿ ਸਾਡੇ ਬਾਰੇ ਕੁਝ ਲੱਭ ਜਾਏ ਤੇ ਅਸੀਂ ਸਿਆਸਤ ਛੱਡ ਦਿਆਂਗੇ। ਅੱਜ ਤੱਕ ਕਿਸੇ ਨੇ ਨਹੀਂ ਛੱਡੀ ਤੇ ਨਾ ਹੀ ਕਿਸੇ ਬਾਰੇ ਕੁਝ ਲੱਭਿਆ। ਚੰਨੀ ਸਾਹਿਬ ਦੇ ਭਾਣਜੇ ਦੇ ਘਰੋਂ ਕਰੋੜਾਂ ਦੀ ਰਕਮ ਮਿਲ ਜਾਣੀ, ਇਹ ਗੱਲ ਤੇ ਸਾਬਤ ਕਰਦੀ ਹੈ ਕਿ ਕੁਛ ਨਾ ਕੁਛ ਤਾਂ ਸੀ। ਨਹੀਂ ਤਾਂ ਇੰਨੀਆਂ ਤਾਂ ਤੁਸੀਂ ਯਕੀਨ ਕਰੋ ਜੀ, ਜਿੱਦਾਂ ਪੰਜਾਬੀ 'ਚ ਕਹਿੰਦੇ ਕਿ ਠੀਕਰੀਆਂ ਨਹੀਂ ਇਕੱਠੀਆਂ ਹੁੰਦੀਆਂ, ਦਰਖਤਾਂ ਦੇ ਪੱਤੇ ਨਹੀਂ ਇਕੱਠੇ ਹੁੰਦੇ 100 ਦੀ ਗਿਣਤੀ 'ਚ ਤੇ ਕਰੋੜਾਂ ਦੀ ਗਿਣਤੀ 'ਚ ਜੇ ਨੋਟ ਇਹਨਾਂ ਕੋਲ ਮਿਲਦੇ ਨੇ। ਜਦੋਂ ਅਸੀਂ ਅਖੰਡ ਭਾਰਤ ਦੀ ਗੱਲ ਕਰਦੇ ਹਾਂ ਨੀਤਾ ਜੀ, ਤੇ ਇਹਦੇ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਨੇਪਾਲ, ਤਿੱਬਤ, ਮਿਆਂਮਾਰ ਤੇ ਮਾਲਦੀਵ ਵਰਗੇ ਮੁਲਕਾਂ ਨੂੰ ਸ਼ਾਮਲ ਕਰਕੇ ਇਹ ਇੱਕ ਪੁਰਾਣੇ ਜ਼ਮਾਨੇ ਦੇ ਅਖੰਡ ਭਾਰਤ ਦੀ ਗੱਲ ਕੀਤੀ ਜਾਂਦੀ ਆ। ਇਕੱਲੀ RSS ਹੀ ਨਹੀਂ, ਅਖੰਡ ਭਾਰਤ ਦੀ ਜਿਹੜੀ ਗੱਲਬਾਤ ਆ ਉਹਦੇ ਲਈ RSS, ਵਿਸ਼ਵ ਹਿੰਦੂ ਪਰਿਸ਼ਦ, ਸ਼ਿਵ ਸੈਨਾ ਦੇ ਨਾਲ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਜੁੜੀਆਂ ਰਹਿੰਦੀਆਂ ਨੇ। ਜੇ ਮੈਂ ਅਖੰਡ ਭਾਰਤ ਦੀ ਗੱਲ ਕਰਾਂ, ਇੰਨੇ ਮੁਲਕਾਂ ਨੂੰ ਜੋੜੀਏ, ਤੇ ਜੇਕਰ ਅੱਜ ਅਸੀਂ ਉਸ ਅਖੰਡ ਭਾਰਤ ਦੀ ਕਲਪਨਾ ਕਰੀਏ ਤੇ ਉਹਦਾ ਨਕਸ਼ਾ ਦੇਖੀਏ ਤਾਂ ਉਹ ਬਹੁਤ ਵੱਡਾ ਨਕਸ਼ਾ ਨਜ਼ਰ ਆਉਂਦਾ ਹੈ। ਇਕੱਲਾ ਨਕਸ਼ਾ ਹੀ ਵੱਡਾ ਨਹੀਂ ਨਜ਼ਰ ਆਉਂਦਾ ਨੀਤਾ ਜੀ, 188 ਕਰੋੜ ਦੇ ਨੇੜੇ ਤੇੜੇ ਉਹਦੀ ਆਬਾਦੀ ਵੀ ਨਜ਼ਰ ਆਉਂਦੀ। ਪਾਕਿਸਤਾਨ ਆਕੂਪਾਈਡ ਕਸ਼ਮੀਰ ਨੂੰ ਲੈਣ ਦੀਆਂ ਗੱਲਾਂ BJP ਤੇ ਜਿਹੜੀ RSS ਹੈ ਉਹ ਕਈ ਵਾਰ ਕਰਦੀ ਰਹਿੰਦੀ ਆ। ਸ਼ਿਵ ਸੈਨਾ ਵਾਲਿਆਂ ਨੇ ਕਿਹਾ ਕਿ ਤੁਹਾਨੂੰ ਰੋਕ ਕੌਣ ਰਿਹਾ, ਜੇ ਤੁਸੀਂ ਚਾਹੋ ਤੇ ਸਭ ਤੋਂ ਪਹਿਲਾਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਨੂੰ ਹੀ ਲੈ ਲਈਏ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਨੀਤਾ। ਪ੍ਰੋਗਰਾਮ ਦੇਖ ਰਹੇ ਹੋ ਜੀ ਤੁਸੀਂ ਵਿਚਾਰ ਚਰਚਾ, ਤੇ ਅੱਜ ਜਿਹੜੇ ਗੱਲਾਂ ਉੱਤੇ, ਮਸਲਿਆਂ ਉੱਤੇ ਅਸੀਂ ਚਰਚਾ ਕਰਨੀ ਹੈ, ਉਹਨਾਂ ਸਾਰਿਆਂ ਵਿੱਚ ਸਾਡਾ ਸਾਥ ਦੇਣ ਲਈ ਸਾਡੇ ਕੋਲ ਸਟੂਡੀਓ ਵਿੱਚ ਪਹੁੰਚੇ ਨੇ ਸਾਡੇ ਮਹਿਮਾਨ ਅੰਮ੍ਰਿਤ ਸ਼ਰਮਾ ਜੀ। ਸ਼ਰਮਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਨੀਤਾ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਅੰਮ੍ਰਿਤ ਜੀ, ਅੱਜ ਜਿਹੜੇ ਆਪਾਂ ਮਸਲਿਆਂ ਉੱਤੇ ਗੱਲਬਾਤ ਕਰਨੀ ਹੈ ਉਹਨਾਂ ਵਿੱਚੋਂ ਕੁਝ ਮੁੱਖ ਨੇ। ਮੈਂ ਚਾਹੁੰਦੀ ਹਾਂ ਕਿ ਆਪਾਂ ਆਪਣੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਉਹਦੇ ਬਾਰੇ ਜਾਣਕਾਰੀ ਦੇ ਦਈਏ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜੀ ਭਗਵੰਤ ਮਾਨ ਆਪਣੇ CM ਸਾਹਿਬ ਜਿਹੜੇ ਨੇ ਉਹਨਾਂ ਦਾ ਜਲੰਧਰ ਵਿਖੇ ਦੌਰਾ। ਉਸ ਤੋਂ ਬਾਅਦ ਗੱਲ ਕਰਾਂਗੇ ਕਿ ED ਨੇ ਸ਼ਿਕੰਜਾ ਕੱਸਿਆ ਆਪਣੇ ਚੰਨੀ ਸਾਹਿਬ ਉੱਤੇ ਜੀ। ਤੇ ਉਸ ਤੋਂ ਬਾਅਦ ਦੀ ਗੱਲ ਜਿਹੜੀ ਹੈਗੀ ਆ ਉਹ ਹੈਗੀ ਹੈ ਜੀ RSS ਮੁਖੀ ਨੇ ਇਹ ਕਿਹਾ ਹੈ ਕਿ ਅਸੀਂ ਆਉਣ ਵਾਲੇ 15 ਸਾਲਾਂ ਵਿੱਚ ਅਖੰਡ ਭਾਰਤ ਨੂੰ ਵੇਖਾਂਗੇ। ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮਿਊਜ਼ੀਅਮ ਦਾ ਉਦਘਾਟਨ ਕੀਤਾ ਜੀ। ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਜਿਹੜਾ ਇਹ ਭਗਵੰਤ ਮਾਨ ਜੀ ਨੇ ਅੱਜ ਦੇ ਦਿਨ ਜਲੰਧਰ ਵਿਖੇ ਦੌਰਾ ਕੀਤਾ ਹੈ, ਉਹਦੇ ਵਿੱਚ ਕੀ ਨਵੇਂ ਐਲਾਨ ਕੀਤੇ ਨੇ। ਕੁਝ ਯੂਨੀਵਰਸਿਟੀ ਦੀ ਗੱਲ ਕੀਤੀ ਹੈਗੀ ਹੈ ਕਿ ਅਸੀਂ ਨਵੀਂ ਯੂਨੀਵਰਸਿਟੀ ਬਣਾਵਾਂਗੇ, ਸਪੋਰਟਸ ਯੂਨੀਵਰਸਿਟੀ, ਤੇ ਬਾਕੀ ਵੀ ਹੋਰ ਕਈ ਗੱਲਾਂ ਨੇ। ਤੁਸੀਂ ਉਹਦੇ ਬਾਰੇ ਦੱਸੋ ਸਾਨੂੰ। ਡਾਕਟਰ ਭੀਮ ਰਾਓ ਅੰਬੇਦਕਰ, ਜਿਨ੍ਹਾਂ ਨੂੰ ਅਸੀਂ ਬਾਬਾ ਸਾਹਿਬ ਦੇ ਨਾਮ ਨਾਲ ਵੀ ਜਾਣਦੇ ਹਾਂ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਜਵਾਹਰ ਲਾਲ ਨਹਿਰੂ ਦੀ ਕੈਬਨਿਟ ਦੇ, ਉਸ ਤੋਂ ਪਹਿਲਾਂ ਇੱਕ ਵੱਡੇ ਦੇਸ਼ ਪ੍ਰੇਮੀ, ਦੇਸ਼ ਦੀ ਆਜ਼ਾਦੀ ਲਈ ਵੱਡਾ
ਹਿੱਸਾ ਪਾਉਣ ਵਾਲੇ ਇੱਕ ਮਹਾਪੁਰਸ਼, ਉਹਨਾਂ ਦਾ ਜਨਮ ਦਿਨ 14 ਅਪ੍ਰੈਲ ਨੂੰ ਹੁੰਦਾ। ਇਸੇ ਸਬੰਧ ਵਿੱਚ ਜਿਹੜਾ ਰਾਜ ਪੱਧਰੀ ਸਮਾਗਮ ਸੀ ਉਹ ਜਲੰਧਰ ਵਿੱਚ ਸੀ ਤੇ ਨਵੀਂ ਸਰਕਾਰ ਬਣੀ ਆ, ਉਹਨਾਂ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇੱਥੇ ਉਹਨਾਂ ਨੇ ਉਹਨਾਂ ਦੇ ਜਨਮ ਦਿਨ ਮਨਾਉਣ ਦੀ ਗੱਲ ਕੀਤੀ, ਉਹਨਾਂ ਨੂੰ ਯਾਦ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੇ ਉੱਥੇ ਉਹਨਾਂ ਨੂੰ ਯਾਦ ਕੀਤਾ, ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਗੱਲ ਕੀਤੀ, ਜਿਹਨੂੰ ਅਸੀਂ ਇਦਾਂ ਕਹਿ ਸਕਦੇ ਹਾਂ ਨੀਤਾ ਜੀ ਕਿ ਰਟੇ ਰਟਾਏ ਜਿਹੜੇ ਪੱਕੇ ਪਕਾਏ ਸ਼ਬਦ ਨੇ ਸਾਰੇ ਹੀ ਲੀਡਰ, ਸਾਰੇ ਹੀ ਨੇਤਾ ਯਾਦ ਵੀ ਕਰਦੇ ਨੇ ਤੇ ਉਹ ਸ਼ਬਦ ਜਿਹੜੇ ਨੇ ਬੋਲਦੇ ਨੇ ਕਿ ਉਹਨਾਂ ਦੇ ਸੁਪਨਿਆਂ ਤੇ ਚੱਲਣ ਦੀ ਲੋੜ ਹੈ, ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਲੋੜ ਹੈ ਜੀ। ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਅੱਜ ਵੀ ਰੈਲੇਵੈਂਟ ਨੇ। ਇਹ ਸਾਰੀਆਂ ਗੱਲਾਂ ਅਸੀਂ ਸੁਣਦੇ ਹਾਂ, ਪਰ ਜਦੋਂ ਅਸੀਂ ਡਾਕਟਰ ਸਾਹਿਬ ਦੀ ਗੱਲ ਕਰਦੇ ਹਾਂ, ਡਾਕਟਰ BR ਅੰਬੇਦਕਰ ਦੀ ਗੱਲ ਕਰਦੇ ਹਾਂ, ਤਾਂ ਇਹ ਬਿਲਕੁਲ ਦਰੁਸਤ ਗੱਲ ਹੈ। ਜਿੱਦਾਂ ਅਸੀਂ ਕੱਲ ਰਾਮਨੌਮੀ ਦੇ ਸੰਬੰਧ ਵਿੱਚ ਭਗਤ ਸਿੰਘ ਦਾ 1928 ਚ ਦਿੱਤੇ ਹੋਏ ਭਾਸ਼ਣ ਦੀ ਗੱਲ ਕੀਤੀ ਸੀ, ਬਿਲਕੁਲ ਉਸੇ ਤਰੀਕੇ ਦੇ ਨਾਲ 70-75 ਸਾਲ ਪੁਰਾਣੀਆਂ ਉਹ ਜਿਹੜੀਆਂ ਗੱਲਾਂ ਨੇ, ਸੰਵਿਧਾਨ ਦੇ ਰਚਨਾ ਕਰਨੀ, ਭਾਰਤ ਨੂੰ ਲੈ ਕੇ ਕੁਝ ਕਾਨੂੰਨ ਬਣਾਉਣੇ, ਚਾਹੇ ਉਹਨਾਂ ਗੱਲਾਂ ਦੀ ਕਈ ਵਾਰ ਅਸੀਂ ਥੋੜ੍ਹੀਆਂ ਬਹੁਤੀ ਮੀਨਮੇਕ ਵੀ ਕਰਦੇ ਹਾਂ ਕਿ ਸਮੇਂ ਦੇ ਅਨੁਸਾਰ ਉਹ ਚੀਜ਼ਾਂ ਰੈਲੇਵੈਂਟ ਨਹੀਂ ਰਹੀਆਂ, ਪਰ ਮੂਲ ਰੂਪ ਦੇ ਵਿੱਚ ਜਿਹੜਾ ਭਾਰਤ ਦਾ ਸੰਵਿਧਾਨ ਆ, ਜਿਹੜੀ ਭਾਰਤ ਦੀ ਲੋਕਤੰਤਰਿਕ ਆਤਮਾ ਆ, ਉਹ ਸਾਰੀ ਉਸ ਸੰਵਿਧਾਨ ਦੇ ਵਿੱਚ ਵੱਸਦੀ ਆ। ਤੁਸੀਂ ਬੀਇੰਗ ਐਨ ਐਡਵੋਕੇਟ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਦੇ ਆ ਕਿ ਇਹਦੀ ਕਿੰਨੀ ਕੁ ਐਕਸਪਲੇਨੇਸ਼ਨ ਕੋਰਟਸ ਦੇ ਵਿੱਚ ਹੁੰਦੀ ਆ, ਕਿੰਨੀ ਇਹਦੀ ਜ਼ਰੂਰਤ ਰਹਿੰਦੀ ਆ, ਤੇ ਜੇਕਰ ਇਹੋ ਜਿਹਾ ਸੰਵਿਧਾਨ ਸਾਡੇ ਮੁਲਕ ਕੋਲ ਨਾ ਹੁੰਦਾ ਤੇ ਅਸੀਂ ਕਿੱਥੇ ਖੜੇ ਹੁੰਦੇ। ਜੀ। ਜਲੰਧਰ ਆ ਕੇ ਜਿਹੜੀਆਂ ਮੁੱਖ ਤੌਰ ਤੇ ਉਹਨਾਂ ਨੇ ਗੱਲਾਂ ਕੀਤੀਆਂ, ਉਹਦੇ ਵਿੱਚ ਜਲੰਧਰ ਨੂੰ ਲੈ ਕੇ ਉਹਨਾਂ ਨੇ ਆਪਣੇ ਕੁਝ ਤਜਰਬੇ ਸਾਂਝੇ ਕੀਤੇ ਕਿ ਮੈਂ ਪਹਿਲੀ ਵਾਰੀ ਘਰੋਂ ਬਿਨਾਂ ਦੱਸੇ ਜਾਂ ਘਰੋਂ ਦੌੜ ਕੇ ਜਲੰਧਰ ਹੀ ਆਇਆ ਸੀ ਤੇ ਮੈਂ ਇੱਥੇ ਆ ਕੇ ਗੀਤ ਗਾਉਣ ਦੀ ਇੱਛਾ ਰੱਖਦਾ ਸੀ ਦੂਰਦਰਸ਼ਨ ਤੇ। ਫਿਰ ਉਹਨਾਂ ਨੇ ਕੁਝ ਹੋਰ ਆਪਣੀ ਸਟੇਜ ਦੇ ਜਿਹੜੇ ਉਹਨਾਂ ਕੋਲ ਤੌਰ ਤਰੀਕੇ ਨੇ, ਜਿਹੜੀਆਂ ਉਹ ਗੱਲਾਂ ਅਕਸਰ ਸਾਂਝੀਆਂ ਕਰਦੇ ਨੇ, ਉਦਾਹਰਣਾਂ ਦੇਣੀਆਂ ਨੇ ਉਹਨਾਂ ਚੀਜ਼ਾਂ ਨੂੰ, ਕਿਉਂਕਿ ਉਹ ਚੰਗੇ ਵਕਤਾਂ ਨੇ ਸਟੇਜ ਦੇ ਉੱਤੇ ਕੰਮ ਕੀਤਾ ਹੋਇਆ ਹੈ। ਉਹਨਾਂ ਕੋਲ ਸਪੌਂਟੇਨੀਅਸਨੈਸ ਜਿਹੜੀ ਇੱਕ ਹੈ, ਫਟਾਫਟ ਗੱਲ ਬਣਾਉਣੀ ਤੇ ਗੱਲ ਦਾ ਜਵਾਬ ਦੇਣਾ, ਹਾਜ਼ਰ ਜਵਾਬੀ, ਬਿਲਕੁਲ। ਫਿਰ ਉਹਨਾਂ ਨੇ ਇੱਕ ਗੱਲ ਦੱਸੀ ਕਿ ਸੰਵਿਧਾਨ ਦੇ ਮੁਤਾਬਿਕ ਚੱਲਣ ਨਾਲ ਸਾਡਾ ਜਿਹੜਾ ਆ ਉਹ ਬਹੁਤ ਫਾਇਦਾ ਹੁੰਦਾ। ਕੁਝ ਗੱਲਾਂ ਉਹਨਾਂ ਨੇ ਐਲਾਨ, ਜਿਹਨਾਂ ਨੂੰ ਤੁਸੀਂ ਕਹਿ ਸਕਦੇ ਆ, ਇੱਥੇ ਇੱਕ ਸਪੋਰਟਸ ਯੂਨੀਵਰਸਿਟੀ ਬਣਾਉਣ ਦੀ ਗੱਲ ਕੀਤੀ ਡਾਕਟਰ ਸਾਹਿਬ ਦੇ ਨਾਮ ਤੇ, ਸ਼ਾਇਦ ਇੱਕ ਯੂਨੀਵਰਸਿਟੀ ਨੂੰ ਹੋਰ ਬਣਾਉਣ ਦੀ ਗੱਲ ਵੀ ਕੀਤੀ। ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਆਪਣਾ ਇੱਥੇ ਸੀਗਾ ਦੌਰਾ ਉਹ ਰੱਖਿਆ। ਤੇ ਇਸ ਦੇ ਨਾਲ ਹੀ ਜਿਹੜੀ ਆਪਾਂ ਫੇਰੀ ਦੀ ਗੱਲ ਕਰ ਰਹੇ ਹਾਂ, ਥੋੜਾ ਜਿਹਾ ਰੌਲਾ ਰੱਪਾ ਵੀ ਪੈ ਗਿਆ ਹੈ ਕਿ ਅਕਾਲੀ ਨੇਤਾਵਾਂ ਨੇ ਉਹਨਾਂ ਦੇ ਇਸ ਫੇਰੀ ਦੌਰਾਨ ਇਲਜ਼ਾਮ ਲਗਾਏ ਨੇ ਕਿ ਉਹ ਇਸ ਦੌਰੇ ਦੇ ਦੌਰਾਨ ਜਦੋਂ ਦਮਦਮਾ ਸਾਹਿਬ ਵਿਖੇ ਗਏ ਨੇ, ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਵਿਖੇ, ਤਾਂ ਉਦੋਂ ਉਹ ਸ਼ਰਾਬੀ ਹਾਲਤ ਵਿੱਚ ਸਨ। ਇਹ ਕੀ ਸਾਰਾ ਮਸਲਾ ਹੈ ਜੀ? ਬਿਲਕੁਲ ਤੁਸੀਂ ਠੀਕ ਦੱਸਿਆ। ਇੱਥੇ ਆਉਣ ਤੋਂ ਪਹਿਲਾਂ ਉਹ ਤਲਵੰਡੀ ਸਾਬੋ ਜਿਹੜਾ ਗੁਰਦੁਆਰਾ ਸਾਹਿਬ ਹੈ ਦਮਦਮਾ ਸਾਹਿਬ, ਉੱਥੇ ਗਏ ਸੀ। ਉਹਨਾਂ ਨੇ ਆਪਣੀਆਂ ਉੱਥੇ ਅਕੀਦਾ ਭੇਂਟ ਕਰਨਾ ਸੀ ਤੇ ਕੁਝ ਦੇਰ ਬਾਅਦ ਹੀ ਵਿਰਸਾ ਸਿੰਘ ਵਲਟੋਹਾ ਜਿਹੜੇ ਅਕਾਲੀ ਲੀਡਰ ਨੇ, ਵੱਡੇ ਲੀਡਰ ਕਹਿ ਲਓ ਤੁਸੀਂ, ਉਹਨਾਂ ਨੇ ਇੱਕ ਟਵੀਟ ਕੀਤਾ ਕਿ ਭਗਵੰਤ ਮਾਨ ਉੱਥੇ ਸ਼ਰਾਬ ਪੀਤੀ ਹੋਣ ਦੇ ਬਾਵਜੂਦ ਉੱਥੇ ਗਏ ਨੇ ਤੇ ਉਹਨਾਂ ਦਾ ਜਿਹੜਾ ਮੈਡੀਕਲ ਟੈਸਟ ਆ ਉਹ ਹੋਣਾ ਚਾਹੀਦਾ। ਕੁਝ ਦੇਰ ਬਾਅਦ ਜਿਹੜੇ ਅਕਾਲੀ ਦਲ ਦੇ ਸੁਪਰੀਮੋ ਨੇ ਸੁਖਬੀਰ ਸਿੰਘ ਬਾਦਲ ਵੀ ਅਜਿਹੀਆਂ ਗੱਲਾਂ ਕਰਦੇ ਨਜ਼ਰ ਆਏ। ਉਹਨਾਂ ਦੇ ਨਾਲ ਸਟੇਜ ਤੇ, ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਸਟੇਜ ਤੇ ਬੈਠੇ ਸੀ ਹਰਜਿੰਦਰ ਸਿੰਘ ਧਾਮੀ, ਜਿਹੜੇ ਕਿ SGPC ਦੇ ਪ੍ਰਧਾਨ ਨੇ, ਧਾਮੀ ਸਾਹਿਬ ਐਡਵੋਕੇਟ, ਉਹ ਵੀ ਬੈਠੇ ਸੀ। ਉਹਨਾਂ ਨੇ ਉਹਨਾਂ ਨੂੰ ਵੀ ਕਿਹਾ ਕਿ ਇਸ ਗੱਲ ਦਾ ਨੋਟਿਸ ਲਿਆ ਜਾਵੇ ਤੇ ਵਲਟੋਹਾ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਅਕਾਲ ਤਖਤ ਦੇ ਜਥੇਦਾਰ ਤੋਂ ਮੈਂ ਮੰਗ ਕਰਦਾ ਕਿ ਇਹਦੇ ਉੱਤੇ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ। ਨੀਤਾ ਜੀ, ਅਸੀਂ ਸਾਰੇ ਜਾਣਦੇ ਆ ਕਿ ਜਦੋਂ ਤੋਂ ਭਗਵੰਤ ਮਾਨ ਪਬਲਿਕ ਲਾਈਫ 'ਚ ਆਏ ਨੇ, ਜਦੋਂ ਤੋਂ ਉਹ ਪੋਲੀਟੀਕਲ ਲਾਈਫ 'ਚ ਆਏ ਨੇ, ਉਹਨਾਂ ਦੇ ਉੱਤੇ ਇਹ ਇਲਜ਼ਾਮ ਜਿਹੜਾ ਆ ਉਹ ਬਾਰ-ਬਾਰ ਲੱਗਦਾ ਰਿਹਾ। ਤੇ ਬਹੁਤ ਸਾਰੇ ਸਾਡੇ ਲੀਡਰਾਂ ਵਾਂਗ, ਜਿੱਦਾਂ ਲੀਡਰ ਸਹੁੰਆਂ ਖਾਂਦੇ ਨੇ, ਚਾਹੇ ਉਹ ਕੈਪਟਨ ਸਾਹਿਬ ਦੀ ਸਹੁੰ ਹੋਵੇ, ਚਾਹੇ ਉਹ ਕੇਜਰੀਵਾਲ ਸਾਹਿਬ ਦੀ ਸਹੁੰ ਹੋਵੇ, ਇਸ ਤਰੀਕੇ ਦੇ ਨਾਲ ਭਗਵੰਤ ਮਾਨ ਦੀ ਖਾਧੀ ਹੋਈ ਸਹੁੰ ਵੀ ਜਿਹੜੀ ਆ ਉਹ ਬੜੀ ਮਸ਼ਹੂਰ ਹੋਈ ਸੀ ਕਿ ਉਹਨਾਂ ਨੇ ਵੀ ਕਸਮ ਖਾਧੀ ਸੀ ਕਿ ਆਪਣੀ ਮਾਂ ਦੀ ਕਿ ਮੈਂ ਸ਼ਰਾਬ ਛੱਡ ਦੇਵਾਂਗਾ। ਅਸੀਂ ਬਿਲਕੁਲ ਇਸ ਗੱਲ ਨੂੰ ਜਸਟੀਫਾਈ ਨਹੀਂ ਕਰਦੇ ਕਿ ਉਹ ਪੀਂਦੇ ਨੇ ਜਾਂ ਨਹੀਂ ਪੀਂਦੇ, ਉਹਨਾਂ ਨੇ ਛੱਡੀ ਆ ਕਿ ਨਹੀਂ ਛੱਡੀ, ਪਰ ਅੱਜ ਇਸ ਮੁੱਦੇ ਨੇ ਇੱਕ ਵਾਰ ਤੂਲ ਫਿਰ ਤੋਂ ਫੜਿਆ। ਹੁਣ ਉਹਨਾਂ ਦਾ ਮੈਡੀਕਲ ਕੌਣ ਕਰਵਾਵੇਗਾ, ਕੌਣ ਨਹੀਂ ਕਰਵਾਵੇਗਾ, ਤੇ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਆ ਇਹਦੇ ਤੇ ਕੋਈ ਫੈਸਲਾ ਲੈਣਗੇ ਜਾਂ ਨਹੀਂ ਲੈਣਗੇ, ਧਾਮੀ ਸਾਹਿਬ ਇਸ ਵਿਸ਼ੇ ਨੂੰ ਕਿੱਦਾਂ ਦੇਖਣਗੇ। ਪਰ ਤੁਸੀਂ ਇੱਦਾਂ ਕਹਿ ਸਕਦੇ ਕਿ 2-3 ਦਿਨ ਜਿੱਦਾਂ ਮੌਸਮ ਦੇ ਵਿੱਚ ਖਰਾਬੀ ਦੱਸੀ ਹੋਈ ਆ, ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਮੀਂਹ, ਹਨੇਰੀ ਤੇ ਝੱਖੜ, ਇਸ ਤਰੀਕੇ ਦੇ ਨਾਲ ਇਹ ਜਿਹੜਾ ਮੁੱਦਾ ਆ ਇਹ ਵੀ ਪੰਜਾਬ ਦੇ ਵਿੱਚ ਛਾਇਆ ਰਹੇਗਾ। ਪਰ ਇਸ ਦੇ ਨਾਲ ਜੇ ਅਸੀਂ ਜਲੰਧਰ ਦੀ ਉਹਨਾਂ ਦੀ ਗੱਲ ਕਰੀਏ ਤੇ ਉੱਥੇ 2-3 ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹ ਬੜੀ ਹਾਜ਼ਰ ਜਵਾਬੀ ਨਾਲ ਨਜ਼ਰ ਆਏ। ਇੱਕ ਤੇ ਅਸੀਂ ਜਾਣਦੇ ਹਾਂ ਕਿ ਪਿਛਲੀ ਸਰਕਾਰ ਦੇ ਸਮੇਂ ਇੱਥੇ ਜਿਹੜਾ SC-BC ਸਟੂਡੈਂਟਸ ਦੇ ਵਜ਼ੀਫੇ ਨੂੰ ਲੈ ਕੇ ਕਾਫੀ ਚੱਕਰ ਪਿਆ ਰਿਹਾ ਸੀ, ਜਿਹਦੇ ਵਿੱਚ ਚੰਨੀ ਸਾਹਿਬ ਦਾ ਵੀ ਨਾਮ ਉਛਲਦਾ ਸੀ ਤੇ ਸਾਧੂ ਸਿੰਘ ਧਰਮਸੋਤ ਜਿਹੜੇ ਤਕਨੀਕੀ ਸਿੱਖਿਆ ਮੰਤਰੀ ਸੀ, ਪਿਛਲੀ ਸਰਕਾਰ ਦੇ ਕੈਬਨਿਟ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ, ਉਹਨਾਂ ਤੇ ਵੀ ਉਹ ਜਿਹੜੇ ਦੋਸ਼ ਆ ਕਾਫੀ ਲੰਬੇ ਸਮੇਂ ਤੋਂ ਲੱਗਦੇ ਰਹੇ ਸੀ। ਜਦੋਂ ਉਹਦੇ ਸਬੰਧ ਵਿੱਚ ਉਹਨਾਂ ਨੂੰ ਸਵਾਲ ਪੁੱਛਿਆ ਤੇ ਉਹਨਾਂ ਨੇ ਇੱਕ ਬੜਾ ਵਧੀਆ ਜਿਹਾ ਜਵਾਬ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ
ਇੱਕ ਚਿੱਠੀ ਨਜ਼ਰ ਆਊਗੀ ਜਾਂ ਇੱਕ ਐਪਲੀਕੇਸ਼ਨ ਨਜ਼ਰ ਆਊਗੀ ਭਗਵੰਤ ਮਾਨ ਨੇ ਕਿਹਾ ਸਾਧੂ ਸਿੰਘ ਧਰਮਸੋਤ ਵੱਲੋਂ ਲਿਖੀ ਹੋਈ ਮਾਣਯੋਗ ਅਦਾਲਤ ਨੂੰ, ਚਾਹੇ ਉਹ ਕਹਿੰਦੇ ਸੈਸ਼ਨ ਕੋਰਟ ਹੋਵੇ ਚਾਹੇ ਹਾਈ ਕੋਰਟ ਹੋਵੇ, ਕਿ ਮੈਨੂੰ ਜੇਲ੍ਹ ਦੇ ਵਿੱਚ VIP ਜਿਹੜਾ ਆ ਸੈੱਲ ਦਿੱਤਾ ਜਾਵੇ। ਸੋ ਉਹਨਾਂ ਦੇ ਕਹਿਣ ਦਾ ਇਹ ਅਰਥ ਬਿਲਕੁਲ ਇਹ ਸਾਫ਼-ਸਾਫ਼ ਸੀ ਕਿ ਉਹ ਜਿਹੜਾ ਵਜ਼ੀਫਾ ਘੁਟਾਲਾ ਆ ਉਹਦੀ ਮੁੜ ਜਾਂਚ ਹੋਵੇਗੀ ਤੇ ਸਾਧੂ ਸਿੰਘ ਧਰਮਸੋਤ ਜਿਹੜੇ ਆ ਉਹ ਅੰਦਰ ਜਾਣਗੇ। ਪਰ ਅਸੀਂ ਜਾਣਦੇ ਹਾਂ ਕਿ ਜਦੋਂ ਇਹ ਮਸਲਾ ਉੱਠਿਆ ਸੀ, ਸਾਡੇ ਜਿਹੜੇ ਇੱਥੋਂ ਜਲੰਧਰ ਤੋਂ ਆਦਮਪੁਰ ਤੋਂ ਵਿਧਾਇਕ ਸੀ ਪਵਨ ਕੁਮਾਰ ਟੀਨੂ, ਇਹਨਾਂ ਨੇ ਬੜੀ ਜ਼ੋਰ ਸ਼ੋਰ ਨਾਲ ਉਹ ਮੁੱਦਾ ਉਠਾ ਲਿਆ ਸੀ। ਪਰ ਉਸ ਤੋਂ ਬਾਅਦ ਬਹੁਤ ਜਲਦੀ ਕੈਪਟਨ ਅਮਰਿੰਦਰ ਸਿੰਘ ਨੇ ਸਾਧੂ ਸਿੰਘ ਧਰਮਸੋਤ ਨੂੰ ਬਿਨਾਂ ਕਿਸੇ ਜਾਂਚ ਤੋਂ ਕਲੀਨ ਚਿੱਟ ਦੇ ਦਿੱਤੀ ਸੀ। ਜੇਕਰ ਇਹ ਸਰਕਾਰ ਦੁਬਾਰਾ ਉਸ ਮਸਲੇ ਨੂੰ ਉਠਾਉਂਦੀ ਆ ਤੇ ਸਾਧੂ ਸਿੰਘ ਧਰਮਸੋਤ ਜਿਹੜੇ ਆ ਉਹਨਾਂ ਦੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਵੱਧ ਸਕਦੀਆਂ ਨੇ। ਇੱਕ ਪੱਤਰਕਾਰ ਸੰਮੇਲਨ ਦੇ ਚੱਲਦਿਆਂ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਹੋਰ ਇੱਕ ਗੱਲ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਮੈਂ ਨਿੱਜੀ ਤੌਰ ਤੇ ਉਸ ਗੱਲ ਨਾਲ ਬਹੁਤਾ ਸਹਿਮਤ ਨਹੀਂ। ਪਿਛਲੇ 2-1 ਦਿਨਾਂ ਤੋਂ ਪੰਜਾਬ ਦੇ ਕੁਝ ਵੱਡੇ ਅਫਸਰ ਜਿਨ੍ਹਾਂ 'ਚ ਚੀਫ ਸੈਕਟਰੀ ਤੇ ਪਾਵਰ ਸੈਕਟਰੀ ਦਿੱਲੀ ਗਏ ਸੀ, ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਉਸ ਸਵਾਲ ਦਾ ਉਹਨਾਂ ਨੇ ਇੱਕ ਬੜਾ ਅਟਪਟਾ ਜਿਹਾ ਜਵਾਬ ਤੁਸੀਂ ਇਹਨੂੰ ਕਹਿ ਸਕਦੇ ਹੋ। ਉਹਨਾਂ ਨੇ ਕਿਹਾ ਕਿ ਉਹ ਜਿਹੜੇ ਆਫੀਸਰਸ ਨੇ ਉਹ ਉੱਥੇ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਲਈ ਗਏ ਸਨ, ਨਾ ਕਿ ਕਿਸੇ ਫੈਸਲੇ ਲਈ ਕਿਸੇ ਮੀਟਿੰਗ ਦੇ ਵਿੱਚ। ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਸਮੇਂ ਦੇ ਉੱਤੇ ਬਹੁਤ ਸਾਰੇ ਅਫਸਰ ਜਿਹੜੇ ਨੇ ਬਹੁਤ ਵੱਖ-ਵੱਖ ਸਟੇਟਾਂ ਵਿੱਚ ਜਾਂਦੇ ਰਹਿੰਦੇ ਨੇ। ਇਸ ਤੋਂ ਵੀ ਅੱਗੇ ਉਹਨਾਂ ਨੇ ਜਾ ਕੇ ਕਿਹਾ ਕਿ ਇਸ ਤੋਂ ਬਿਨਾਂ ਅਫਸਰ ਜਿਹੜੇ ਨੇ ਉਹ ਵੱਖ-ਵੱਖ ਸਟੇਟਾਂ ਦੀ ਕਾਰਜ ਪ੍ਰਣਾਲੀ ਜਾਣ ਲਈ ਦੇਸ਼ ਤੋਂ ਬਾਹਰ ਵੀ ਜਾਂਦੇ ਨੇ ਟ੍ਰੇਨਿੰਗ ਵਜੋਂ। ਤੇ ਹੋ ਸਕੇ ਤੇ ਮੇਰੇ ਕੋਲ ਜੇ ਮੌਕਾ ਮਿਲਿਆ ਤੇ ਮੈਂ ਪੰਜਾਬ ਦੇ ਇਹਨਾਂ ਅਫਸਰਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਇਜ਼ਰਾਈਲ ਦਾ ਨਾਮ ਲਿਆ, ਉਹਨਾਂ ਨੇ 1-2 ਹੋਰ ਦੇਸ਼ਾਂ ਦੀ ਗੱਲ ਕੀਤੀ ਕਿ ਸਾਡੇ ਅਫਸਰ ਜਿਹੜੇ ਆ ਗੁਜਰਾਤ ਵੀ ਜਾਂਦੇ ਨੇ, ਜੇ ਬੰਗਲਾਦੇਸ਼ ਤੋਂ ਕੋਈ ਚੰਗੀ ਗੱਲ ਮਿਲੇ ਜਾਂ ਬੰਗਾਲ ਤੋਂ ਕੋਈ ਚੰਗੀ ਗੱਲ ਮਿਲੇ ਤੇ ਉੱਥੋਂ ਵੀ ਸਿੱਖਣ ਜਾ ਸਕਦੇ ਨੇ। ਇਹਦੇ 'ਚ ਰੌਲਾ ਪਾਉਣ ਦੀ ਜਿਹੜੀ ਆ ਕੋਈ ਵੱਡੀ ਗੱਲ ਨਹੀਂ। ਇਹਨੂੰ ਤੁਸੀਂ ਇਦਾਂ ਕਹਿ ਸਕਦੇ ਆ ਨੀਤਾ ਜੀ ਕਿ ਇਹ ਇੱਕ ਪੋਲੀਟੀਕਲ ਜਵਾਬ ਜਿਹੜਾ ਅਸੀਂ ਬਣਾ ਲਿਆ ਗਿਆ, ਜਦ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਜਿਹੜੀ ਉੱਥੇ ਬੈਠਕ ਸੀ ਪਾਵਰ ਸੈਕਟਰੀ ਦੀ ਤੇ ਚੀਫ ਸੈਕਟਰੀ ਦੀ, ਨਾਲ ਦੀ ਨਾਲ ਜਿਹੜੇ ਪਾਵਰਕਾਮ ਦੇ ਚੇਅਰਮੈਨ ਨੇ ਡਾਕਟਰ ਬਲਦੇਵ ਸਿੰਘ ਸਰਾਂ ਸਾਹਿਬ, ਉਹਨਾਂ ਦੀ ਜਿਹੜੀ ਮੀਟਿੰਗ ਸੀ ਉਹ ਬਿਜਲੀ ਦੀ ਜਿਹੜੀ ਘੁੰਡੀਆਂ ਨੇ ਬਿਜਲੀ ਫ੍ਰੀ ਦੇਣ ਨੂੰ ਲੈ ਕੇ ਸੂਤਰਾਂ ਦੇ ਅਨੁਸਾਰ ਜਿਹੜੇ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਉਹਨਾਂ ਨੂੰ ਸੰਬੰਧਿਤ ਸੀਗੀਆਂ। ਤੇ ਪਰ ਉਹਨਾਂ ਨੇ ਜਿਹੜਾ ਆਪਣੇ ਅਫਸਰਾਂ ਦਾ ਤੇ ਜਿਹੜੀ ਪਾਰਟੀ ਦੀ ਇੱਕ ਮਜ਼ਾਕ ਜਿਹਾ ਬਣ ਰਿਹਾ ਸੀ, ਜਾਂ ਤੁਸੀਂ ਇੱਦਾਂ ਕਹਿ ਲਓ ਕਿ ਸਿੱਧੇ ਵਿਰੋਧੀ ਪਾਰਟੀਆਂ ਵੱਲੋਂ ਦੋਸ਼ ਲਾਏ ਜਾ ਰਹੇ ਸੀ ਕਿ ਸਰਕਾਰ ਜਿਹੜੀ ਆ ਉਹ ਭਗਵੰਤ ਮਾਨ ਆਪ ਨਾ ਚਲਾ ਕੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੱਲੋਂ ਚਲਾਈ ਜਾ ਰਹੀ ਆ। ਉਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਕੁਝ ਬਚਣ ਦੀ ਜਿਹੜੀ ਆ ਉਹ ਕੋਸ਼ਿਸ਼ ਇਹਨਾਂ ਤੋਂ ਲੈ ਕੇ ਕੀਤੀ ਹੈ। ਜੀ ਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਦਾ ਆਪਾਂ ਜਿਹੜਾ ਪੋਸਟਮਾਰਟਮ ਕਰਨਾ ਹੈ, ਆਪਾਂ ਛੋਟੇ ਜਿਹੇ ਵਕਫੇ ਤੋਂ ਬਾਅਦ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਸ਼ਰਮਾ ਜੀ, ਹੁਣ ਆਪਾਂ ਗੱਲ ਕਰਦੇ ਹਾਂ ਸੈਂਟਰ ਵੱਲ ਕਿ ਸੈਂਟਰ ਵੱਲ ਕੀ ਹੋਇਆ। ਸੈਂਟਰ ਦੀ ਗੱਲ ਕਰਦੇ ਹੋਏ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੂੰਗੀ ਕਿ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮਿਊਜ਼ੀਅਮ ਦਾ ਉਦਘਾਟਨ ਕੀਤਾ ਹੈ। ਇਹ ਕੀ ਹੈ, ਮੈਨੂੰ ਦੱਸੋਗੇ ਇਹਦੇ ਬਾਰੇ ਥੋੜਾ ਜਿਹਾ? ਬਿਲਕੁਲ ਨੀਤਾ ਜੀ, ਬਿਲਕੁਲ। ਜੇ ਤੁਸੀਂ ਸਵਾਲ ਪੁੱਛਿਆ ਤੇ ਦੱਸਣਾ ਪਊਗਾ, ਦੇਖਦੇ ਹਾਂ ਮੈਂ ਕਿੰਨਾ ਕੁ ਦੱਸ ਪਾਉਣਾ। ਜੀ, ਦਿੱਲੀ ਦੇ ਵਿੱਚ ਤੀਨ ਮੂਰਤੀ ਭਵਨ ਇੱਕ ਬਹੁਤ ਵੱਡੀ ਆਲੀਸ਼ਾਨ ਜਗ੍ਹਾ ਹੈ। ਉੱਥੇ ਇੱਕ ਪਹਿਲਾਂ ਲਾਇਬ੍ਰੇਰੀ ਤੇ ਮਿਊਜ਼ੀਅਮ ਚੱਲ ਰਿਹਾ ਸੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਾਮ ਤੇ ਉੱਥੇ ਕਾਫੀ ਲੰਬੇ ਸਮੇਂ ਤੋਂ, ਪਿਛਲੇ ਕੁਝ ਸਮੇਂ ਤੋਂ ਇੱਕ ਕੰਸਟਰਕਸ਼ਨ ਜਿਹੜੀ ਆ, ਜਾਂ ਉਹਨੂੰ ਰੀਕਨਸਟਰਕਸ਼ਨ ਕਹਿ ਲਓ, ਇੱਕ ਨਵ ਨਿਰਮਾਣ ਉੱਥੇ ਹੋ ਰਿਹਾ ਸੀ ਜਾਂ ਪੁਨਰ ਨਿਰਮਾਣ ਕੀਤਾ ਜਾ ਰਿਹਾ ਸੀ। ਉਸ ਬਿਲਡਿੰਗ ਦੇ ਬਾਰੇ 'ਚ ਪਹਿਲਾਂ ਤੋਂ ਚਰਚਾ ਸੀ ਕਿ ਉੱਥੇ ਪ੍ਰਧਾਨ ਮੰਤਰੀ ਮਿਊਜ਼ੀਅਮ ਨਾਮ ਦੀ ਇੱਕ ਜਗ੍ਹਾ ਜਿਹੜੀ ਆ ਉਸਾਰੀ ਜਾ ਰਹੀ ਆ। ਅਸੀਂ ਜਾਣਦੇ ਹਾਂ ਕਿ ਇਹ ਜਿਹੜੇ ਮਿਊਜ਼ੀਅਮ ਨੇ, ਇਹ ਜਿਹੜੀਆਂ ਲਾਇਬ੍ਰੇਰੀਆਂ ਨੇ, ਇਹ ਸਾਨੂੰ ਸਾਡੇ ਇਤਿਹਾਸ ਨਾਲ ਰੂਬਰੂ ਕਰਾਉਂਦੀਆਂ ਨੇ, ਸਾਨੂੰ ਦੱਸਦੀਆਂ ਨੇ ਕਿ ਸਾਡੇ ਤੋਂ ਪਹਿਲਾਂ ਇੱਥੇ ਦੁਨੀਆ ਤੇ ਕੀ ਕੁਝ ਹੋਇਆ ਆ ਤੇ ਅਸੀਂ ਉਹ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਲੈ ਸਕਦੇ ਹਾਂ। ਤੇ ਇਹ ਜਿਹੜਾ ਮਿਊਜ਼ੀਅਮ ਆ ਉਹਦਾ ਨਾਮ ਹੁਣ ਬਦਲ ਦਿੱਤਾ ਗਿਆ। ਉਹ ਪ੍ਰਧਾਨ ਮੰਤਰੀ ਜਿਹੜੇ ਭਾਰਤ ਦੇ ਪਹਿਲੇ ਸੀ ਜਵਾਹਰ ਲਾਲ ਨਹਿਰੂ, ਉਹਨਾਂ ਦੀ ਜਗ੍ਹਾ ਤੇ ਉਹਦਾ ਨਾਮ ਪ੍ਰਧਾਨ ਮੰਤਰੀ ਮਿਊਜ਼ੀਅਮ ਰੱਖ ਦਿੱਤਾ ਗਿਆ। ਇਹਦੇ ਪਿੱਛੇ ਸਾਫ਼-ਸਾਫ਼ ਜਿਹੜੀ ਮਨਸ਼ਾ ਆ BJP ਦੀ ਗਵਰਨੈਂਸ ਵਾਲੀ ਸਰਕਾਰ ਦੀ ਜਾਂ ਭਾਰਤੀ ਜਨਤਾ ਪਾਰਟੀ ਵਾਲੀ ਸਰਕਾਰ ਦੀ, ਉਹ ਅਸੀਂ ਕਈ ਵਾਰ ਵੱਖ-ਵੱਖ ਸਮਿਆਂ ਤੇ ਦੇਖਦੇ ਹਾਂ ਕਿ ਇਹਨਾਂ ਨੇ ਯੋਜਨਾ ਆਯੋਗ ਨੂੰ ਬਦਲ ਕੇ ਨੀਤੀ ਆਯੋਗ ਕਰ ਦਿੱਤਾ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਜਿਹੀਆਂ ਬਦਲੀਆਂ ਗਈਆਂ। ਰੇਲਵੇ ਬਜਟ ਨੂੰ ਜਨਰਲ ਬਜਟ ਦੇ ਵਿੱਚ ਸ਼ਾਮਲ ਕਰ ਦਿੱਤਾ। ਕੁਝ ਮਿਨਿਸਟਰੀਆਂ ਜਿਹੜੀਆਂ ਸੀ ਉਹਨਾਂ ਦੇ ਨਾਮ ਬਦਲ ਦਿੱਤੇ। ਕੁਝ ਜਿਹੜੀਆਂ ਮਿਨਿਸਟਰੀ ਸੀਗੀਆਂ ਉਹ ਕਲੱਬ ਕਰ ਦਿੱਤੀਆਂ। ਇਹਨਾਂ ਦਾ ਜਿਹੜੀ ਵੀ ਸੱਤਾ ਧਾਰੀ ਧਿਰ ਆਉਂਦੀ ਆ, ਉਹਦਾ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਕੁਝ ਚੀਜ਼ਾਂ ਅਜਿਹੀਆਂ ਕਰਕੇ ਜਾਈਏ ਤਾਂ ਕਿ ਸਾਡਾ ਨਾਮ ਜਿਹੜਾ ਉਹਦੇ ਨਾਲ ਲੱਗਿਆ ਰਹੇ। ਇਸੇ ਤਰੀਕੇ ਦੇ ਨਾਲ ਜਿਹੜਾ ਅੱਜ ਮਿਊਜ਼ੀਅਮ ਬਣਾਇਆ ਗਿਆ, ਉੱਥੇ ਭਾਰਤ ਦੇ ਹੋ ਚੁੱਕੇ ਹੁਣ ਤੱਕ ਦੇ ਤੇ ਮੌਜੂਦਾ ਨਰਿੰਦਰ ਮੋਦੀ ਸਾਹਿਬ ਜਿਹੜੇ ਆਪ ਪ੍ਰਧਾਨ ਮੰਤਰੀ ਨੇ, ਉਹਨਾਂ ਸਮੇਤ
14 ਦੇ 14 ਪ੍ਰਧਾਨ ਮੰਤਰੀਆਂ ਦੀ ਜਿਹੜੀ ਜਾਣਕਾਰੀ ਆ ਉਹਦੇ ਵਿੱਚ ਹੋਵੇਗੀ। ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ, ਗੁਲਜ਼ਾਰੀ ਲਾਲ ਨੰਦਾ, ਮੁਰਾਰਜੀ ਦੇਸਾਈ, HD ਦੇਵੇਗੌੜਾ, VP ਸਿੰਘ, ਤੁਹਾਡੇ ਕਹਿਣ ਦਾ ਭਾਵ ਹੋ ਗਿਆ ਕਿ ਆਜ਼ਾਦੀ ਤੋਂ ਬਾਅਦ ਜਿੰਨੇ ਵੀ ਸਾਡੇ ਪ੍ਰਧਾਨ ਮੰਤਰੀ ਹੋਏ ਨੇ ਦੇਸ਼ ਦੇ, ਉਹਨਾਂ ਦਾ ਸਭ ਦਾ ਜਿਹੜਾ ਹੈਗਾ ਪਿਛੋਕੜ, ਉਹਨਾਂ ਬਾਰੇ ਗਿਆਨ ਜਿਹੜਾ ਹੈਗਾ ਉੱਥੇ ਪਾਇਆ ਜਾਏਗਾ। ਸਮੇਤ ਡਾਕਟਰ ਮਨਮੋਹਨ ਸਿੰਘ, ਉੱਥੇ ਉਹਨਾਂ ਦੀਆਂ ਵੱਖ-ਵੱਖ ਜਿਹੜੀਆਂ ਆ ਉਹ ਸੈਕਸ਼ਨਸ ਬਣਾ ਕੇ ਉਹਨਾਂ ਸੰਬੰਧੀ ਸਾਰੀ ਜਾਣਕਾਰੀ, ਸੂਚਨਾਵਾਂ, ਉਹਨਾਂ ਨੂੰ ਮਿਲੇ ਹੋਏ ਅਵਾਰਡ ਜਾਂ ਜੋ ਕੁਝ ਵੀ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਣਗੇ ਉਹ ਉੱਥੇ ਦੱਸਿਆ ਜਾਵੇਗਾ। ਜਦੋਂ ਮੈਂ ਇਹਨੂੰ ਦੇਖ ਰਿਹਾ ਸੀ ਖਬਰ ਨੂੰ, ਤੇ ਮੈਨੂੰ ਨਾਲ ਦੀ ਨਾਲ ਆਪਣੇ ਗੁਆਂਢੀ ਮੁਲਕ ਦੀ ਯਾਦ ਆਈ ਕਿ ਸਾਡੇ ਆਜ਼ਾਦੀ ਦੇ ਬਾਅਦ ਜੇ ਅਸੀਂ ਪਹਿਲੀ ਗੱਲ ਕਰੀਏ 47 ਤੋਂ ਲੈ ਲਈਏ ਜਾਂ 50 ਤੋਂ ਬਾਅਦ ਲੈ ਲਈਏ, ਤੇ 70-75 ਸਾਲ ਦੇ ਵਿੱਚ ਅਸੀਂ 14 ਪ੍ਰਧਾਨ ਮੰਤਰੀ ਜਿਹੜੇ ਨੇ ਹੁਣ ਤੱਕ ਉਹ ਬਣਾਏ ਨੇ। ਤੇ ਪਾਕਿਸਤਾਨ ਦੇ ਵਿੱਚ ਕੱਲ 23ਵੇਂ ਪ੍ਰਧਾਨ ਮੰਤਰੀ ਨੇ ਜਿਹੜੀ ਸਹੁੰ ਆ ਉਹ ਚੁੱਕੀ ਆ। ਸੋ ਸਾਡੀ ਡੈਮੋਕ੍ਰੇਸੀ ਜਿਹੜੀ ਆ ਇਨ ਟਰਮਸ ਆਫ ਟੈਨਿਓਰ, ਇਨ ਟਰਮਸ ਆਫ ਟਾਈਮਿੰਗ, ਤੇ ਉੱਥੇ ਉਹਦੇ ਨਾਲੋਂ ਚੰਗੀ ਹੈਲਦੀ ਆ। ਉੱਥੇ ਬਹੁਤ ਵਾਰ ਫੌਜ ਦਾ ਜਿਹੜਾ ਸ਼ਾਸਨ ਆ ਸਾਨੂੰ ਦੇਖਣ ਨੂੰ ਮਿਲਦਾ। ਇੱਥੇ ਜੇਕਰ ਕਦੇ ਹੋਵੇ ਵੀ ਤੇ ਰਾਸ਼ਟਰਪਤੀ ਰਾਜ ਲਾਇਆ ਜਾਂਦਾ, ਉਹ ਵੀ ਇਨ ਕੇਸ ਆਫ ਐਮਰਜੈਂਸੀ। ਉਹ ਸਿਰਫ ਇੱਕ ਵਾਰੀ ਅਸੀਂ ਦੇਖਿਆ ਇੰਦਰਾ ਗਾਂਧੀ ਦੇ ਸਮੇਂ ਦੇ ਵਿੱਚ ਐਮਰਜੈਂਸੀ, ਨਹੀਂ ਤਾਂ ਅਦਰਵਾਈਜ਼ ਕਦੇ ਵੀ ਇੱਦਾਂ ਨਹੀਂ ਹੋਇਆ ਕਿ ਚੁਣੀ ਹੋਈ ਸਰਕਾਰ ਜਿਹੜੀ ਆ ਉਹਨੂੰ ਖਤਮ ਕਰ ਦਿੱਤਾ ਜਾਵੇ ਜਾਂ ਤਖਤਾ ਪਲਟ ਵਰਗੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਨਹੀਂ ਮਿਲਦੀਆਂ। ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਅਸੀਂ ਕਈ ਵਾਰ ਇਹ ਜਿਹੜੀਆਂ ਚੀਜ਼ਾਂ ਆ ਉਹ ਦੇਖਦੇ ਹਾਂ। ਤੇ ਇਸ ਮਿਊਜ਼ੀਅਮ ਦੀ ਜਦੋਂ ਅਸੀਂ ਗੱਲ ਕਰਦੇ ਸੀ, ਇਹਦਾ ਨਾਮ ਰੱਖਿਆ ਪ੍ਰਧਾਨ ਮੰਤਰੀ ਮਿਊਜ਼ੀਅਮ। 3 ਮੂਰਤੀ ਭਵਨ ਦੇ ਵਿੱਚ ਬਣਿਆ, 271 ਕਰੋੜ ਦੀ ਇਹਦੇ ਤੇ ਲਾਗਤ ਆਈ। ਤੇ ਅਸੀਂ ਜਾਣਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਅਜਿਹੇ ਬਹੁਤ ਸਾਰੇ ਕੰਮ ਕਰਦੇ ਨੇ ਜਿਹਦੇ ਵਿੱਚ ਉਹਨਾਂ ਦਾ ਨਾਮ ਆਵੇ। ਚਾਹੇ ਉੱਥੇ ਫਿਰ ਬੀਤੇ ਦਿਨਾਂ ਦੇ ਵਿੱਚ ਹੀ ਲਤਾ ਦੀਨਾਨਾਥ ਮੰਗੇਸ਼ਕਰ ਅਵਾਰਡ ਉਹਨਾਂ ਨੂੰ ਮਿਲਿਆ, ਉਹ ਕਹਿੰਦੇ ਪਹਿਲਾ ਹੀ ਅਵਾਰਡ ਸੀ ਤੇ ਉਹ ਉਹਨਾਂ ਨੇ ਲਿਆ। ਨਾਲ ਦੀ ਨਾਲ ਅਸੀਂ ਦੇਖਿਆ ਸੀ ਪਿੱਛੇ ਜਿਹੇ ਅਹਿਮਦਾਬਾਦ ਵਿੱਚ ਇੱਕ ਵੱਡਾ ਕ੍ਰਿਕਟ ਸਟੇਡੀਅਮ ਬਣਾਇਆ ਗਿਆ ਤੇ ਉਹਦਾ ਨਾਮ ਵੀ ਨਰਿੰਦਰ ਮੋਦੀ ਸਾਹਿਬ ਨੇ ਆਪਣੇ ਨਾਮ ਤੇ ਰੱਖਿਆ ਸੀ। ਇੱਕ ਵਾਰ ਉਹ ਇੱਕ ਵੱਖਰੇ ਤਰ੍ਹਾਂ ਦਾ ਸੂਟ ਸਵਾਇਆ ਸੀ, ਉਹਦੇ ਵਿੱਚ ਉਹਨਾਂ ਨੇ ਆਪਣੇ ਨਾਮ ਦੀ ਜਿਹੜੀ ਆ ਕਢਾਈ ਕੀਤੀ ਹੋਈ ਸੀ, ਹਰ ਲਾਈਨ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਸੀ। ਬੜੀ ਚਰਚਾ ਹੋਈ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ। ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਸੂਟ ਤਾਂ ਬਿਕਤਾ ਹੈ ਤੇ ਉਹ ਪੈਸਾ ਵੀ ਦੇਸ਼ ਕੇ ਕੰਮ ਆਤਾ ਹੈ। ਬਹੁਤ ਸਾਰੀਆਂ ਗੱਲਾਂ ਵੱਡੇ ਲੋਕ ਜਿਹੜੇ ਉਹ ਕਰਦੇ ਰਹਿੰਦੇ ਨੇ। ਤੇ ਇਸ ਮਿਊਜ਼ੀਅਮ ਦੇ ਵਿੱਚ ਖਾਸ ਗੱਲ ਇਹ ਵੀ ਹੋਈ ਕਿ ਉਹਨਾਂ ਨੇ ਪਹਿਲੀ ਟਿਕਟ ਇਸ ਮਿਊਜ਼ੀਅਮ ਨੂੰ ਦੇਖਣ ਦੀ ਵੀ ਆਪ ਹੀ ਖਰੀਦੀ ਤੇ ਉਹਦਾ ਉਦਘਾਟਨ ਵੀ ਕੀਤਾ। ਨਾਲ ਦੀ ਨਾਲ ਉਹਨਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਦੱਸਿਆ ਕਿ ਸਾਡੀਆਂ ਜਿਹੜੀਆਂ ਲੋਕਤੰਤਰਿਕ ਪ੍ਰਕਿਰਿਆਵਾਂ ਨੇ, ਸੰਵਿਧਾਨ ਦਾ ਵੀ ਉਹਦੇ 'ਚ ਇੱਕ ਸੈਕਸ਼ਨ ਬਣਾਇਆ, ਸੰਵਿਧਾਨ ਬਾਰੇ ਜਾਣਕਾਰੀ ਵੀ ਉੱਥੇ ਇੱਕ ਸੈਕਸ਼ਨ 'ਚ ਦਿੱਤੀ ਜਾਊਗੀ। ਤੇ ਨੌਜਵਾਨਾਂ ਨੂੰ ਉਹਨਾਂ ਨੇ ਇਸ ਮਿਊਜ਼ੀਅਮ ਨੂੰ ਦੇਖਣ ਦੀ ਅਪੀਲ ਵੀ ਜਿਹੜੀ ਉਹ ਕੀਤੀ ਹੈ। ਜੀ। ਤੇ ਸ਼ਰਮਾ ਜੀ, ਹੁਣ ਆਪਾਂ ਗੱਲ ਕਰ ਰਹੇ ਹਾਂ ਦੇਸ਼ ਦੀ, ਆਪਣੀ ਨੇਸ਼ਨ ਦੀ, ਤੇ ਸੁਣਨ ਵਿੱਚ ਆ ਰਿਹਾ ਕਿ ਭਾਰਤ ਤੇ ਚੀਨ ਦਾ ਜਿਹੜਾ ਵਪਾਰ ਹੈ, ਆਪਸੀ ਵਪਾਰ ਹੈ, ਉਹਦੇ ਵਿੱਚ ਵਾਧੇ ਦੀ ਵੀ ਖਬਰ ਸੁਣਨ ਨੂੰ ਮਿਲ ਰਹੀ ਹੈ। ਦੇਖੋ, ਵਪਾਰ ਜਿਹੜਾ ਦੋ ਦੇਸ਼ਾਂ ਦਾ ਵਪਾਰ ਆ ਉਹ ਸਾਰੀ ਦੁਨੀਆ ਦੇ ਵਿੱਚ ਚੱਲਦਾ ਆ। ਤੇ ਕੱਲ ਇਸ ਵਪਾਰ ਨੂੰ ਵਧਣ ਦੀ ਗੱਲ ਅਸੀਂ ਇਸ ਕਰਕੇ ਨੀਤਾ ਜੀ ਇਸ ਪ੍ਰੋਗਰਾਮ 'ਚ ਕਰ ਰਹੇ ਹਾਂ ਕਿ ਜਦੋਂ ਤੋਂ ਇਹ ਸਰਕਾਰ ਬਣੀ ਆ, ਇਹਨਾਂ ਨੇ ਮੇਕ ਇਨ ਇੰਡੀਆ ਦੀ ਗੱਲ ਵੀ ਕੀਤੀ ਆ। ਤੇ ਬਹੁਤ ਵਾਰ ਇਹਨਾਂ ਨੇ ਗੱਲ ਜਿਹੜੀ ਕੀਤੀ ਸੀ ਉਹ ਇਸ ਗੱਲ ਦੀ ਵੀ ਕੀਤੀ ਕਿ ਸਾਡਾ ਜਿਹੜਾ ਵਪਾਰ ਆ ਉਹ ਬਾਕੀ ਦੇਸ਼ਾਂ ਨਾਲ ਭਾਵੇਂ ਵਧੇ, ਚੀਨ ਨਾਲ ਨਹੀਂ ਵਧਣਾ ਚਾਹੀਦਾ, ਕਿਉਂਕਿ ਚੀਨ ਨਾਲ ਸਾਡੇ ਜਿਹੜੇ ਸਬੰਧ ਨੇ ਉਹ ਬਹੁਤੇ ਚੰਗੇ ਨਹੀਂ। ਲੱਦਾਖ ਵਾਲੇ ਖੇਤਰ ਦੇ ਵਿੱਚ ਜਿਹੜੀ ਲੜਾਈ ਝਗੜਾ ਆ ਉਹਨੂੰ ਲੈ ਕੇ ਵੀ ਅਸੀਂ ਕਈ ਵਾਰ ਇਸ ਚੀਜ਼ ਤੋਂ ਕਤਰਾਉਂਦੇ ਸੀ। ਤੇ ਬਹੁਤ ਵਾਰ ਅਸੀਂ ਦੇਖਦੇ ਹਾਂ BJP ਦੇ ਲੋਕ ਜਾਂ ਫਿਰ ਜਿਨ੍ਹਾਂ ਨੂੰ ਅਸੀਂ ਭਗਤ ਕਹਿੰਦੇ ਹਾਂ, ਉਹ ਲੋਕ ਜਿਹੜੇ ਆ ਦੀਵਾਲੀ ਆ ਜਾਵੇ ਜਾਂ ਕੁਝ ਪਤੰਗਬਾਜ਼ੀ ਦਾ ਸੀਜ਼ਨ ਆਵੇ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹ ਚੀਨ ਦੀਆਂ ਚੀਜ਼ਾਂ ਦੇ ਖੰਡਨ ਕਰਦੇ ਨਜ਼ਰ ਆਉਂਦੇ ਨੇ। ਪਰ ਜਦੋਂ ਅਸੀਂ ਅੰਕੜਿਆਂ ਤੇ ਨਜ਼ਰ ਮਾਰਦੇ ਹਾਂ ਤੇ ਫਿਰ ਅਸੀਂ ਇਹ ਗੱਲ ਜਾਣਦੇ ਹਾਂ ਕਿ ਇਹ ਜਿਹੜੇ ਵਪਾਰਕ ਸਬੰਧ ਨੇ ਇਹ ਦੇਸ਼ ਦੀ ਆਰਥਿਕ ਨੀਤੀ ਦਾ ਹਿੱਸਾ ਹੁੰਦੇ ਨੇ ਤੇ ਦੇਸ਼ ਦੀ ਸਰਕਾਰ ਦੀ ਸਹਿਮਤੀ ਨਾਲ ਇਹ ਸਾਰਾ ਕੁਝ ਹੁੰਦਾ। ਇੱਥੇ ਫਿਰ ਇਸ ਗੱਲ ਦੀ ਗੱਲ ਅਸੀਂ ਕਰਦੇ ਹਾਂ ਕਿ ਜਦੋਂ ਇੱਥੇ ਇਹਨਾਂ ਨੇ ਮੇਕ ਇਨ ਇੰਡੀਆ ਦੀ ਗੱਲ ਕਰਦੇ ਨੇ ਤੇ ਨਾਲ ਦੀ ਨਾਲ ਜਦੋਂ ਉੱਥੇ ਨਰਮਦਾ ਦੇ ਵਿੱਚ ਇੱਕ ਮੂਰਤੀ ਲਾਈ ਜਾਂਦੀ ਆ ਪਟੇਲ ਸਾਹਿਬ ਦੀ, ਭਾਰਤ ਦੇ ਜਿਹੜੇ ਪਹਿਲੇ ਗ੍ਰਹਿ ਮੰਤਰੀ ਸੀ, ਉੱਥੇ ਉਹ ਜਿਹੜੀ ਮੂਰਤੀ ਆ ਫਿਰ ਚੀਨ ਤੋਂ ਬਣ ਕੇ ਆਉਂਦੀ ਆ। ਫਿਰ ਇਹਨਾਂ ਦੀਆਂ ਜਿਹੜੀਆਂ ਦੋ ਧਾਰੀ ਪਾਲਿਸੀਆਂ ਨੇ ਉਹਨਾਂ ਦੀ ਗੱਲ ਆਉਂਦੀ ਆ ਕਿ ਮੇਕ ਇਨ ਇੰਡੀਆ ਦੀ ਗੱਲ ਕਰਦੇ ਆ ਤੇ ਜਦੋਂ ਤੁਸੀਂ ਇੱਕ ਮੋਨੂਮੈਂਟ, ਇੱਕ ਵੱਡੀ ਸਮਾਰਕ ਦਾ ਇੱਥੇ ਨਿਰਮਾਣ ਕਰਦੇ ਆ ਤਾਂ ਉਹੀ ਮੂਰਤੀ ਫਿਰ ਤੁਸੀਂ ਚੀਨ ਤੋਂ ਬਣਾ ਕੇ ਲਿਆਉਂਦੇ ਆ। ਉਹ ਸਾਰੀਆਂ ਚੀਜ਼ਾਂ ਫਿਰ ਸਾਨੂੰ ਇਹਨਾਂ ਅੰਕੜਿਆਂ ਦੀ, ਜਦੋਂ ਅਸੀਂ ਅੰਕੜਿਆਂ ਦੀ ਗੱਲ ਕਰਦੇ ਆ ਤੇ ਜਨਵਰੀ ਤੋਂ ਮਾਰਚ ਜਿਹੜੇ ਪਹਿਲੀ ਤਿਮਾਹੀ ਆ ਉਹਦੇ ਵਿੱਚ ਜਿਹੜਾ ਵਪਾਰ ਆ ਉਹ 15% ਵੱਧ ਕੇ 31 ਬਿਲੀਅਨ ਤੁਸੀਂ ਕਹਿ ਲਓ ਜਾਂ $32 ਬਿਲੀਅਨ ਦਾ ਉਹ ਹੋ ਗਿਆ। ਤੇ ਉਹਦੇ ਵਿੱਚ ਜਦੋਂ ਅਸੀਂ ਦੂਸਰੇ ਪਾਸਾ ਦੇਖਦੇ ਹਾਂ ਇੰਪੋਰਟ ਤੇ ਐਕਸਪੋਰਟ, ਚੀਜ਼ਾਂ ਜਿਹੜੀਆਂ ਅਸੀਂ ਮੰਗਾਉਂਦੇ ਆ ਉਹਦਾ ਹਿੱਸਾ ਵੱਧਦਾ ਆ ਤੇ ਜਿਹੜੀਆਂ ਚੀਜ਼ਾਂ ਅਸੀਂ ਭੇਜਦੇ ਆ ਉਹਦਾ ਹਿੱਸਾ ਜਿਹੜਾ ਆ ਉਹ ਘਟਦਾ ਆ। ਸੋ ਕੁੱਲ ਮਿਲਾ ਕੇ ਜਿਹੜੀ ਸਾਡੀ ਸਥਿਤੀ ਆ ਆਰਥਿਕਤਾ ਉਹ ਜਿਹੜੀ ਬਹੁਤ ਚੰਗੀ ਨਹੀਂ ਹੈਗੀ। ਅਮਰੀਕਾ ਦੇ ਨਾਲ ਜਿਹੜਾ ਵਪਾਰ ਆ ਉਹਦੇ ਵਿੱਚ ਵੀ ਇੰਪੋਰਟ ਜਿਹੜਾ ਆ ਉਹ ਕੁਝ ਪ੍ਰਤੀਸ਼ਤ ਵਧਿਆ ਹੈ। ਟ੍ਰੇਡ ਵੀ ਜਿਹੜਾ ਹੈ 9% ਦੇ ਕਰੀਬ ਹੋਇਆ ਸਾਡਾ, ਉਹਨਾਂ ਨਾਲ ਅੱਗੇ ਨਾਲੋਂ ਵਧਿਆ। ਯੂਰਪ ਦੇ ਨਾਲ ਵੀ ਓਵਰਆਲ ਵਪਾਰ 'ਚ ਵਾਧਾ ਹੋਇਆ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਅੰਤਰਰਾਸ਼ਟਰੀ ਸਥਿਤੀਆਂ ਜਿਹੜੀਆਂ ਬਣੀਆਂ ਹੋਈਆਂ ਨੇ, ਰੂਸ ਤੇ ਯੂਕਰੇਨ ਦੇ ਨਾਲ ਜਿਹੜਾ ਯੁੱਧ ਚੱਲਦਾ ਹੈ, ਅਮਰੀਕਾ ਦੇ
ਮੰਤਰੀ ਸਾਹਿਬ ਨਾਲ ਇਹਨਾਂ ਦੀ ਉੱਥੇ ਜਿਹੜੇ ਨੇ ਅਮਰੀਕਾ ਦੇ ਸਦਰ ਨੇ, ਮੁਖੀ ਨੇ, ਉਹਨਾਂ ਨਾਲ ਇਹਨਾਂ ਦੀ ਗੱਲ ਹੋਈ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਰੂਸ ਨਾਲ ਆਪਣਾ ਵਪਾਰ ਘਟਾਓ ਤੇ ਉਹਨਾਂ ਨੇ ਅਮਰੀਕਾ ਨੇ ਆਪਣੇ ਨਾਲ ਵਪਾਰ ਵੱਧ ਕਰਨ ਦੀ ਗੱਲ ਕੀਤੀ। ਉੱਥੇ ਡਾਕਟਰ ਐਸ ਜੈ ਸ਼ੰਕਰ ਜਿਹੜੇ ਵਿਦੇਸ਼ ਮੰਤਰੀ ਨੇ ਉਹ ਵੀ ਸਨ ਉਸ ਮੀਟਿੰਗ ਦੇ ਵਿੱਚ। ਉਹਨਾਂ ਨੇ ਦੱਸਿਆ ਕਿ ਅਸੀਂ ਤਾਂ ਰੂਸ ਤੋਂ ਜਿਹੜਾ ਤੇਲ ਖਰੀਦਦੇ ਹਾਂ ਉਹ ਬਹੁਤ ਥੋੜ੍ਹਾ ਆ, ਜਾਂ ਸਾਡਾ ਜਿਹੜਾ ਉਹਨਾਂ ਨਾਲ ਵਪਾਰ ਆ ਬਹੁਤ ਥੋੜ੍ਹਾ ਆ। ਤੇ ਕਈ ਵਾਰ ਅਸੀਂ ਆਮ ਤੌਰ 'ਤੇ ਬਹਾਜ ਬਹਿ ਜਾਂਦੇ ਹਾਂ ਕਿ ਭਾਰਤ ਨੂੰ ਰੂਸ ਨਾਲ ਜਾਣਾ ਚਾਹੀਦਾ ਜਾਂ ਅਮਰੀਕਾ ਨਾਲ ਜਾਣਾ ਚਾਹੀਦਾ, ਪਰ ਤੁਸੀਂ ਇਸ ਗੱਲ ਨੂੰ ਦੇਖੋ ਕਿ ਅਮਰੀਕਾ ਦਾ ਜਿਹੜਾ ਚੀਨ ਨਾਲ ਵਪਾਰ ਆ ਉਹ ਇੰਨਾ ਵੱਧ ਚੁੱਕਿਆ ਕਿ ਉਹ ਆਪਸ ਦੇ ਵਿੱਚ ਵੀ ਕਦੇ ਜਿਹੜੀ ਆ ਉਹ ਆਪਣਾ ਜਿਹੜਾ ਲੜਾਈ ਝਗੜਾ ਆ ਉਹਨੂੰ ਵਪਾਰ ਦੇ ਰਸਤੇ 'ਚ ਨਹੀਂ ਆਉਣ ਦਿੰਦੇ। ਸੋ ਇਹ ਸਾਨੂੰ ਇੱਦਾਂ ਲੱਗਦਾ ਆ ਕਈ ਵਾਰੀ ਦੂਰ ਤੋਂ ਇਹਨਾਂ ਚੀਜ਼ਾਂ ਨੂੰ ਦੇਖਣ ਦੇ ਵਿੱਚ ਕਿ ਵਪਾਰ ਜਿਹੜਾ ਆ ਉਹ ਲੜਾਈ ਲਈ ਜ਼ਰੂਰੀ ਨਹੀਂ ਹੈਗਾ ਜਾਂ ਲੜਾਈ ਵਪਾਰ ਲਈ ਜ਼ਰੂਰੀ ਨਹੀਂ ਹੈਗੀ। ਪਰ ਬਹੁਤ ਸਾਰੇ ਦੇਸ਼ ਜਿਹੜੇ ਨੇ ਉਹ ਆਪਣੀ ਆਰਥਿਕ ਨੀਤੀਆਂ ਨੂੰ ਦੇਖ ਕੇ ਚੱਲਦੇ ਨੇ। ਅਮਰੀਕਾ ਵੈਸੇ ਚੀਨ ਦਾ ਕਦੇ ਭਾਈਵਾਲ ਨਹੀਂ ਬਣਦਾ ਤੇ ਚੀਨ ਅਮਰੀਕਾ ਦਾ ਕਦੇ ਭਾਈਵਾਲ ਨਹੀਂ ਬਣਦਾ। ਤੁਸੀਂ ਦੇਖਿਆ ਜਦੋਂ ਕਰੋਨਾ ਦਾ ਦੌਰ ਸੀ ਤੇ ਇਹਨਾਂ ਦੇਸ਼ਾਂ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਇਸ ਇਲਜ਼ਾਮ ਦੀ ਵੀ ਜਿਹੜੀ ਆ ਦੋਨੋਂ ਪਾਸਿਓਂ ਕੀਤੀ ਜਾਂਦੀ ਰਹੀ ਆ। ਬਿਲਕੁਲ ਉੱਥੇ ਟਰੰਪ ਸਾਹਿਬ ਨੇ ਤਾਂ ਸਾਫ਼-ਸਾਫ਼ ਇਲਜ਼ਾਮ ਲਾਤਾ ਸੀਗਾ ਕਿ ਕੋਵਿਡ ਜਿਹੜਾ ਉਹ ਫੈਲਾਇਆ ਹੀ ਚੀਨ ਨੇ ਆ, ਪਰ ਵਪਾਰ ਉਹਨਾਂ ਦਾ ਫਿਰ ਵੀ ਜਿਹੜਾ ਆ ਉਹ ਵੱਧ ਫੁੱਲ ਰਿਹਾ। ਜੀ ਅੰਮ੍ਰਿਤ ਜੀ, ਬਾਕੀ ਗੱਲਾਂ ਉੱਤੇ ਚਰਚਾ ਕਰਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਅੰਤਰਾਲ ਲੈਂਦੇ ਹਾਂ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਅੰਮ੍ਰਿਤ ਜੀ, ਹੁਣ ਬ੍ਰੇਕ ਤੋਂ ਬਾਅਦ ਜਿਹੜੀ ਗੱਲ ਆਪਾਂ ਸਾਂਝੀ ਕਰਨਾ ਚਾਹੁੰਦੇ ਹਾਂ ਦਰਸ਼ਕਾਂ ਦੇ ਨਾਲ, ਜਿਹਦੇ ਉੱਤੇ ਆਪਾਂ ਚਰਚਾ ਕਰਨੀ ਹੈ ਹੁਣ, ਉਹ ਇਹ ਹੈ ਕਿ ਚੰਨੀ ਸਾਹਿਬ ਉੱਤੇ ਈਡੀ ਨੇ ਸ਼ਿਕੰਜਾ ਕੱਸਿਆ ਹੋਇਆ ਹੈ। ਉਹ ਕੀ ਕਹਾਣੀ ਹੈ ਪੂਰੀ? ਦੇਖੋ ਨੀਤਾ ਜੀ, ਗੱਲ ਇੱਦਾਂ ਆ ਕਿ ਜਦੋਂ ਤੁਸੀਂ ਸੱਤਾ 'ਚ ਹੁੰਦੇ ਆ ਤੇ ਉਦੋਂ ਹਰ ਹਵਾ ਜਿਹੜੀ ਆ ਉਹ ਤੁਹਾਡੀ ਮਰਜ਼ੀ ਨਾਲ ਵਗਦੀ ਆ। ਬਿਲਕੁਲ। ਜੇ ਗਰਮੀ ਹੋਵੇ ਤੇ ਠੰਡੀ ਹਵਾ ਵਗਦੀ ਆ, ਜੇ ਸਰਦੀ ਹੋਵੇ ਤੇ ਹਵਾ ਨਿੱਗੀ ਵਗਦੀ ਆ। ਜਦੋਂ ਤੁਸੀਂ ਸੱਤਾ 'ਚ ਨਹੀਂ ਹੁੰਦੇ ਤੇ ਉਹ ਹਰ ਹਵਾ ਜਿਹੜੀ ਆ ਤੁਹਾਡੇ ਵਿਪਰੀਤ, ਹਿੰਦੀ 'ਚ ਜਿਹਨੂੰ ਕਹਿੰਦੇ ਆ ਤੇ ਪੰਜਾਬੀ 'ਚ ਕਹਿੰਦੇ ਆ ਉਲਟ ਹੋ ਕੇ ਫਿਰ ਵਗਦੀ ਆ। ਇਹ ਜਿਹੜੀ ਹਵਾ ਆ ਇਹ ਚੰਨੀ ਸਾਹਿਬ ਦੇ ਭਾਣਜੇ ਹਨੀ ਤੇ ਚੋਣਾਂ ਤੋਂ ਪਹਿਲਾਂ ਹੀ ਵਗਣ ਲੱਗ ਪਏ ਸੀ ਤੇ ਕਿਆਸ ਰਾਈਆਂ ਸਨ ਇਸ ਗੱਲ ਦੀਆਂ ਕਿ ਇਹ ਜਿਹੜੀ ਹਵਾ ਆ ਕਿਸੇ ਦਿਨ ਇਹਦਾ ਸੇਕ ਜਿਹੜਾ ਆ ਉਹ ਬੁੱਲੇ ਜਿਹੜੇ ਸੀਗੇ ਪਹਿਲਾਂ ਆਉਣੇ ਸ਼ੁਰੂ ਹੋ ਗਏ ਸੀਗੇ, ਸਾਬਕਾ ਮੁੱਖ ਮੰਤਰੀ ਨੂੰ ਵੀ ਲੱਗਣਾ ਹੀ ਸੀ। ਜੀ ਅਸੀਂ ਹੁਣੇ ਜ਼ਿਕਰ ਕਰਕੇ ਹਟੇ ਹਾਂ ਭਗਵੰਤ ਮਾਨ ਸਾਹਿਬ ਦਾ ਕਿ ਧਰਮਸੋਤ ਸਾਹਿਬ ਲਈ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਵੀ ਜਿਹੜੇ ਆ ਬੁੱਲੇ ਜੇਲ੍ਹ ਦੇ ਲੁੱਟਣੇ ਨੇ ਨਹੀਂ ਲੁੱਟਣੇ ਨੇ, ਮਾਣਯੋਗ ਅਦਾਲਤਾਂ ਇਹਦੇ ਲਈ ਕੀ ਕਰਦੀਆਂ ਨੇ, ਇਨਕੁਆਇਰੀਆਂ ਕਦੋਂ ਖੁੱਲ੍ਹਦੀਆਂ ਨੇ, ਕਦੋਂ ਹੁੰਦੀਆਂ ਨੇ, ਉਹਦੇ ਬਾਰੇ ਕੁਝ ਨਹੀਂ ਜਾਣਦੇ। ਪਰ ਬੀਤੇ ਦਿਨੀ ਚੁੱਪ-ਚਾਪ ਚੰਨੀ ਸਾਹਿਬ ਈਡੀ ਦਫ਼ਤਰ ਜਾ ਕੇ ਤੇ ਲੰਬੀ ਚੌੜੀ ਪੁੱਛਗਿੱਛ ਜਿਹੜੀ ਆ ਉਹ ਜ਼ਰੂਰ ਕਰਵਾ ਆਏ ਨੇ। ਅਖਬਾਰਾਂ ਨੂੰ ਵੀ ਪਤਾ ਨਹੀਂ ਲੱਗਿਆ ਤੇ ਖਬਰਾਂ ਅੱਜ ਸਵੇਰੇ ਆਈਆਂ ਜਦ ਕਿ ਪੁੱਛਗਿੱਛ ਜਿਹੜੀ ਆ ਉਹ ਕੱਲ ਹੋ ਗਈ ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਮੇਰੇ ਤੋਂ ਪੁੱਛਗਿੱਛ ਹੋਈ ਆ ਤੇ ਈਡੀ ਉਹਦੇ ਲਈ ਸੰਤੁਸ਼ਟ ਆ ਤੇ ਮੈਨੂੰ ਗਾਹਾਂ ਆਉਣ ਲਈ ਨਹੀਂ ਕਿਹਾ। ਜਦੋਂ ਤੁਸੀਂ ਸੱਤਾ ਦੇ ਗਲਿਆਰਿਆਂ ਵੱਲ ਝਾਤੀ ਮਾਰੋ ਤੇ ਚਾਹੇ ਉਹ ਬਿਕਰਮਜੀਤ ਸਿੰਘ ਮਜੀਠੀਆ ਹੋਣ, ਚਰਨਜੀਤ ਸਿੰਘ ਚੰਨੀ ਹੋਣ, ਉਹਨਾਂ ਦੇ ਭਾਣਜੇ ਹਨੀ ਹੋਣ, ਚਾਹੇ ਲੁਧਿਆਣੇ ਵਾਲੇ ਬੈਂਸ ਹੋਣ, ਇੱਕ ਸਮਾਂ ਸੀ ਇੱਦਾਂ ਲੱਗਦਾ ਸੀਗਾ ਕਿ ਬੈਂਸ ਭਰਾ ਨਹੀਂ ਹਾਰਨ ਵਾਲੇ, ਤੇ ਮਾਝੇ ਦੇ ਜਰਨੈਲ ਵਾਲੇ ਤੇ ਅਸੀਂ ਸਾਰੀਆਂ ਗੱਲਾਂ ਜਾਣਦੇ ਹੀ ਹਾਂ। ਡਾਕਟਰ ਜੀਵਨਜੋਤ ਕੌਰ ਕਿਸੇ ਨੂੰ ਪਤਾ ਵੀ ਨਹੀਂ ਸੀ ਕੌਣ ਆ ਤੇ ਉਹਨੇ ਮਾਝੇ ਦਾ ਜਰਨੈਲ ਵੀ ਹਰਾਤਾ ਤੇ ਨਵਜੋਤ ਸਿੰਘ ਸਿੱਧੂ ਵੀ ਹਰਾਤਾ। ਤੇ ਹੁਣ ਉਹਨਾਂ ਲਈ ਵੀ ਜਿਹੜੀਆਂ ਬੈਰਕਾਂ ਆ ਉਹਨਾਂ ਦੀ ਸਫਾਈ ਦੀ ਗੱਲਬਾਤ ਅਦਾਲਤਾਂ ਕਰਦੀਆਂ ਨੇ ਤੇ ਕਦੇ ਉਹ VIP ਜਿਹੜੀ ਬੈਰਕ ਆ ਉਹ ਮੰਗਦੇ ਨੇ। ਤੇ ਇਸੇ ਤਰੀਕੇ ਦੇ ਨਾਲ ਚੰਨੀ ਸਾਹਿਬ ਨੂੰ ਵੀ ਫਿਰ ਹੁਣ ਜਿਵੇਂ ਉਹ ਪੰਜਾਬੀ ਦਾ ਗਾਣਾ ਹੁੰਦਾ ਸੀ ਕਿ ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ, ਕਈਆਂ ਦੇ ਗੇੜੇ ਲੱਗਦੇ ਨੇ ਈਡੀ ਦਫ਼ਤਰ ਤੇ ਫਿਰ ਪੱਤਰਕਾਰ ਉੱਥੇ ਕੈਮਰੇ ਲੈ ਕੇ ਪਹੁੰਚਦੇ ਨੇ। ਸਵਾਲ ਜਵਾਬ ਕੀ ਹੋਏ ਨੇ ਇਹ ਖੁਦਾ ਜਾਣੇ ਜਾਂ ਈਡੀ ਦੇ ਅਫਸਰ ਜਾਣਨ। ਬਾਅਦ ਵਿੱਚ ਜਦੋਂ ਉਹ ਅਫਸਰ ਰਿਟਾਇਰ ਹੁੰਦੇ ਨੇ ਫਿਰ ਉਹ ਕਿਤਾਬਾਂ ਲਿਖਦੇ ਨੇ ਤੇ ਫਿਰ ਇਹਨਾਂ ਗੱਲਾਂ ਦਾ ਜਿਹੜਾ ਖੁਲਾਸਾ ਹੁੰਦਾ। ਪਰ ਇੱਕ ਗੱਲ ਅਸੀਂ ਸਾਰੇ ਜਾਣਦੇ ਹਾਂ, ਮੈਂ ਬੀਤੇ ਦਿਨੀ ਇੱਕ ਪ੍ਰੋਗਰਾਮ ਸੁਣ ਰਿਹਾ ਸੀ ਕਿਸੇ ਪੱਤਰਕਾਰ ਦਾ, ਪਾਕਿਸਤਾਨ ਦੇ ਬਹੁਤ ਵੱਡੇ ਪੱਤਰਕਾਰ ਨੇ ਆਫਤਾਬ ਇਕਬਾਲ। ਨੀਤਾ ਜੀ, ਬੜੀ ਖੂਬਸੂਰਤ ਗੱਲ ਉਹਨਾਂ ਨੇ ਕਹੀ। ਉਹਨਾਂ ਨੇ ਕਿਹਾ ਕਿ ਜਿਹੜੀ ਕਰਪਸ਼ਨ ਹੈ ਨਾ ਜੀ, ਇਹ ਬਦਬੂ ਵਰਗੀ ਹੁੰਦੀ ਹੈ, ਦਿਸਦੀ ਨਹੀਂ। ਤੁਸੀਂ ਮੰਨੋ ਚਾਹੇ ਨਾ ਮੰਨੋ, ਪਤਾ ਲੱਗ ਜਾਂਦਾ ਹੈ ਕਿ ਹੈਗੀ ਹੈ ਕਿ ਨਹੀਂ ਹੈਗੀ। ਇਸੇ ਤਰੀਕੇ ਦੇ ਨਾਲ ਤੁਹਾਡਾ ਚੰਗੇ ਹੋਣਾ ਤੇ ਚੰਗੇ ਸ਼ਾਸਕ ਹੋਣਾ ਜਾਂ ਤੁਹਾਡਾ ਇਮਾਨਦਾਰ ਹੋਣਾ ਜਿਹੜਾ ਉਹ ਖੁਸ਼ਬੂ ਵਰਗਾ ਹੁੰਦਾ। ਹੁਣ ਲੱਖ ਵੱਡੇ ਵੱਡੇ ਲੀਡਰ ਕਹੀ ਜਾਣ ਕਿ ਨਹੀਂ ਅਸੀਂ ਬੜੇ ਇਮਾਨਦਾਰ ਹਾਂ, ਇਹ ਅਕਸਰ ਸਹੁੰਆਂ ਖਾਂਦੇ ਨੇ, ਅਕਸਰ ਦਮਗਜੇ ਮਾਰਦੇ ਨੇ ਕਿ ਸਾਡੇ ਬਾਰੇ ਕੁਝ ਲੱਭ ਜਾਏ ਤੇ ਅਸੀਂ ਸਿਆਸਤ ਛੱਡ ਦਿਆਂਗੇ। ਅੱਜ ਤੱਕ ਕਿਸੇ ਨੇ ਨਹੀਂ ਛੱਡੀ ਤੇ ਨਾ ਹੀ ਕਿਸੇ ਬਾਰੇ ਕੁਝ ਲੱਭਿਆ। ਲਾਲੂ ਪ੍ਰਸਾਦ ਯਾਦਵ ਵਰਗਿਆਂ ਦੀਆਂ ਕੇਸ ਜਿਹੜੇ ਨੇ ਉਹ ਲੋਅਰ ਕੋਰਟ ਤੋਂ ਸੈਸ਼ਨ ਕੋਰਟ, ਸੈਸ਼ਨ ਕੋਰਟ ਤੋਂ ਹਾਈ ਕੋਰਟ, ਹਾਈ ਕੋਰਟ ਤੋਂ ਸੁਪਰੀਮ ਕੋਰਟ, ਮਾਣਯੋਗ ਅਦਾਲਤਾਂ ਦੇ ਧੱਕਿਆਂ 'ਚ ਚੱਲਦੇ ਰਹਿੰਦੇ ਨੇ।
ਕਈ ਵਿਚਾਰੇ ਦੁਨੀਆ ਤੋਂ ਚੱਲ ਪੈਂਦੇ ਨੇ ਤੇ ਤਰੀਕਾਂ ਜਿਹੜੀਆਂ ਉਹ ਮੁੱਕਦੀਆਂ ਨਹੀਂ। ਅਦਾਲਤਾਂ 'ਚੋਂ ਇਨਸਾਫ ਬੜੀ ਲੇਟ ਮਿਲਦਾ ਹੈ। ਅਸੀਂ ਅੱਜ ਗੱਲ ਅਦਾਲਤਾਂ ਦੇ ਇਨਸਾਫ ਦੀ ਦੇਰੀ ਦੀ ਨਹੀਂ ਗੱਲ ਕਰਦੇ, ਗੱਲ ਸਿਰਫ ਇਸ ਗੱਲ ਦੀ ਕਰਦੇ ਹਾਂ ਕਿ ਤੁਸੀਂ ਮੰਨੋ ਚਾਹੇ ਨਾ ਮੰਨੋ, ਧੂੰਆਂ ਉਦੋਂ ਹੀ ਹੁੰਦਾ ਹੈ ਜਦੋਂ ਕਿਤੇ ਅੱਗ ਹੁੰਦੀ ਹੈ। ਬਿਲਕੁਲ। PTC ਦਾ ਮਾਮਲਾ ਅਖਬਾਰਾਂ ਦੇ ਵਿੱਚ ਛਾਇਆ ਪਿਆ ਤੇ ਸਾਰੇ ਜਾਣਦੇ ਆ ਕਿ ਉਹ ਚੈਨਲ ਜਿਹੜਾ ਆ ਮਾਣਯੋਗ ਡਿਪਟੀ ਮੁੱਖ ਮੰਤਰੀ ਸਾਬਕਾ ਜਿਹੜੇ ਉਹਨਾਂ ਨਾਲ ਜੁੜਿਆ ਹੋਇਆ, ਉਹਨਾਂ ਨੇ ਕਦੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਮੈਂ ਹੀ ਮਾਲਕ ਹਾਂ ਇਸ ਚੀਜ਼ ਦਾ, ਇਹਦੇ ਚੈਨਲ ਦੇ ਜਿਹੜੇ ਵੱਡੇ ਸ਼ੇਅਰ ਨੇ ਮੇਰੇ ਕੋਲ ਨੇ ਤੇ ਉਹਨਾਂ ਦੇ ਜਿਹੜੇ MD ਨੇ ਉਹ ਵੀ ਜੇਲ੍ਹ ਦੀ ਜਿਹੜੇ ਧੱਕੇ ਨੇ ਖਾ ਰਹੇ ਨੇ, ਚਾਹੇ ਹਾਲੇ ਤੱਕ ਉਹ ਹਿਰਾਸਤ ਹੀ ਹੈ। ਸਿਰਫ ਸੱਤਾ ਜਦੋਂ ਬਦਲਦੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਧਰ ਉੱਧਰ ਹੁੰਦੀਆਂ ਨੇ। ਚੰਨੀ ਸਾਹਿਬ ਦੇ ਭਾਣਜੇ ਦੇ ਘਰੋਂ ਕਰੋੜਾਂ ਦੀ ਰਕਮ ਮਿਲ ਜਾਣੀ, ਇਹ ਗੱਲ ਤੇ ਸਾਬਤ ਕਰਦੀ ਹੈ ਕਿ ਕੁਛ ਨਾ ਕੁਛ ਤਾਂ ਸੀ, ਨਹੀਂ ਤਾਂ ਇੰਨੀਆਂ ਤਾਂ ਤੁਸੀਂ ਯਕੀਨ ਕਰੋ ਜੀ, ਜਿੱਦਾਂ ਪੰਜਾਬੀ 'ਚ ਕਹਿੰਦੇ ਕਿ ਠੀਕਰੀਆਂ ਨਹੀਂ ਇਕੱਠੀਆਂ ਹੁੰਦੀਆਂ, ਦਰਖਤਾਂ ਦੇ ਪੱਤੇ ਨਹੀਂ ਇਕੱਠੇ ਹੁੰਦੇ 100 ਦੀ ਗਿਣਤੀ 'ਚ ਤੇ ਕਰੋੜਾਂ ਦੀ ਗਿਣਤੀ 'ਚ ਜੇ ਨੋਟ ਇਹਨਾਂ ਕੋਲ ਮਿਲਦੇ ਨੇ। ਅੱਜ ਉਹ ਕਹਿ ਦੇਣ ਕਿ ਕੁਝ ਨਹੀਂ ਹੈਗਾ, ਸਭ ਕੁਝ ਠੀਕ ਹੋ ਗਿਆ, ਮੈਨੂੰ ਸੱਦਿਆ ਸੀ, ਮੈਂ ਗਿਆ 4 ਸਵਾਲਾਂ ਦੇ ਜਵਾਬ ਦੇ ਆਇਆ ਤੇ ਗੱਲ ਸਭ ਠੀਕ ਹੈ। ਜਦੋਂ ਕੱਲ ਵੱਧ ਜਾਏਗੀ ਗੱਲ ਤੇ ਬਾਅਦ ਵਿੱਚ ਕਹਿ ਦੇਣਗੇ ਕਿ ਮੇਰੇ ਤੇ ਤਾਂ ਜੀ ਇਹ ਵਿਰੋਧੀ ਧਿਰ ਦੀ ਕਾਰਵਾਈ ਆ ਜਾਂ ਬਦਲੇ ਲਾਈ ਦੀ ਕਾਰਵਾਈ ਆ। ਪਰ ਅਸੀਂ ਜਾਣਦੇ ਹਾਂ ਕਿ ਜੇ ਸਾਡੇ ਮੁਲਕ ਦਾ ਨੁਕਸਾਨ ਹੋਇਆ ਬੀਤੇ ਦੇ ਵਿੱਚ, ਜੇ ਪੰਜਾਬ ਵਰਗੀਆਂ ਸਟੇਟਾਂ ਦੇ ਸਿਰ ਕਰਜ਼ਾ ਜਿਹੜਾ ਹੈ ਉਹ 4000 ਕਰੋੜ ਤੋਂ 8500 ਕਰੋੜ 8500 ਕਰੋੜ ਤੋਂ ਹੁਣ 3 ਲੱਖ ਕਰੋੜ ਤੱਕ ਪਹੁੰਚਿਆ ਤੇ ਇਹ ਇਹਨਾਂ ਲੀਡਰਾਂ ਦੀ ਲੁੱਟ ਨਾਲ ਹੀ ਪਹੁੰਚਿਆ, ਬਿਊਰੋਕ੍ਰੇਸੀ ਦੀ ਬਦ ਇੰਤਜ਼ਾਮੀ ਨਾਲ ਹੀ ਪਹੁੰਚਿਆ। ਆਮ ਲੋਕਾਂ ਨੇ ਇਹ ਪੈਸੇ ਨਹੀਂ ਖਾ ਲਏ ਕਿਤੇ। ਜੀ ਤੇ ਅੰਮ੍ਰਿਤ ਜੀ, ਅਗਲੀ ਗੱਲ ਜਿਹੜੀ ਹੈਗੀ ਹੈ ਉਹ ਹੈਗੀ ਆ RSS ਮੁਖੀ ਭਾਗਵਤ ਨਾਲ ਜੁੜੀ ਹੋਈ। ਉਹਨਾਂ ਨੇ ਇੱਕ ਅੱਜ ਨਵੀਂ ਗੱਲ ਕਰ ਦਿੱਤੀ ਹੈ ਕਿ ਅਸੀਂ ਆਉਣ ਵਾਲੇ 15 ਸਾਲਾਂ ਵਿੱਚ ਅਖੰਡ ਭਾਰਤ ਦਾ ਰੂਪ ਦੇਖਾਂਗੇ। ਇਹ ਕੀ ਕਹਾਣੀ ਹੈ ਜੀ ਪੂਰੀ? ਨੀਤਾ ਜੀ, ਇਹ ਗੱਲ ਨਵੀਂ ਨਹੀਂ ਹੈਗੀ। 1937 ਦੇ ਵਿੱਚ ਵੀਰ ਸਾਵਰਕਰ, ਦਮੋਦਰ ਸਾਵਰਕਰ, ਜਿਨ੍ਹਾਂ ਨੂੰ ਇਹ ਵੀਰ ਸਾਵਰਕਰ ਕਹਿੰਦੇ ਨੇ, RSS ਦੇ ਮੁਖੀਆਂ ਦੇ ਵਿੱਚ ਜਾਂ ਪਹਿਲੇ ਲੀਡਰਾਂ 'ਚ ਸ਼ਾਮਲ ਸੀ। ਉਹਨਾਂ ਨੇ ਵੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੇ ਸਿੰਧ ਤੋਂ ਅਸਾਮ ਤੱਕ ਦੇ ਅਖੰਡ ਭਾਰਤ ਦੀ ਗੱਲ ਕੀਤੀ ਸੀ। ਤੇ 1946 ਦੇ ਵਿੱਚ ਰਾਧਾ ਕੁਮੁਦ ਮੁਖਰਜੀ ਨੇ ਵੀ 7-8 ਅਕਤੂਬਰ ਨੂੰ ਦਿੱਲੀ ਦੇ ਵਿੱਚ ਇੱਕ ਅਖੰਡ ਭਾਰਤ ਦੀ ਗੱਲ ਕੀਤੀ ਸੀ। ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਇੱਕ ਵਾਰ ਇਸ ਗੱਲ ਦੀ ਜ਼ਿਕਰ ਜਿਹੜਾ ਕੀਤਾ ਸੀ। ਭਾਰਤ ਦੇ ਸਾਬਕਾ ਚੀਫ ਜਸਟਿਸ ਮਾਰਕੰਡੇ ਕਾਟਜੂ ਨੇ ਵੀ ਇੱਕ ਵਾਰ, ਜਦੋਂ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਸੀ ਕਿ ਭਾਰਤ ਤੇ ਪਾਕਿਸਤਾਨ ਵਾਲਾ ਮਸਲਾ ਕਿਵੇਂ ਹੱਲ ਹੋਵੇਗਾ, ਉਹਨਾਂ ਨੇ ਕਿਹਾ ਸੀਗਾ ਕਿ ਇਹ ਦੋਨੋਂ ਦੇਸ਼ ਇੱਕ ਹੋ ਜਾਣ, ਫੇਰ ਹੀ ਇਹ ਮਸਲਾ ਹੱਲ ਹੋ ਸਕਦਾ। ਤੇ ਅਸੀਂ ਇਤਿਹਾਸ ਵੱਲ ਜਾਂ ਦੁਨੀਆ ਵੱਲ ਨਜ਼ਰ ਮਾਰੀਏ ਤੇ ਪੱਛਮੀ ਤੇ ਪੂਰਬੀ ਜਰਮਨੀ ਇੱਕ ਵਾਰ ਬਰਲਿਨ ਦੀ ਕੰਧ ਢਾਹ ਕੇ ਇੱਕ ਹੋ ਚੁੱਕੇ ਨੇ। ਚੈਕੋਸਲੋਵਾਕੀਆ, ਚੈੱਕ ਤੇ ਸਲੋਵਾਕ 2 ਮੁਲਕ ਬਣ ਚੁੱਕੇ ਨੇ। ਰੂਸ ਜਿਹੜਾ ਆ ਉਹ 16-17 ਮੁਲਕਾਂ 'ਚ ਟੁੱਟ ਚੁੱਕਿਆ ਤੇ ਲੜਾਈ ਉੱਥੇ ਫਿਰ ਜਾਰੀ ਆ। ਤੇ ਇਹ ਜਿਹੜੀਆਂ ਘਟਨਾਵਾਂ ਨੇ ਇਤਿਹਾਸ ਵਿੱਚ ਵੀ ਬੜੀਆਂ ਪਈਆਂ ਨੇ ਤੇ ਸਾਰੀ ਦੁਨੀਆ 'ਚ ਵੀ ਵਿਖਰੀਆਂ ਪਈਆਂ ਨੇ। ਤੇ ਜਦੋਂ ਪ੍ਰਧਾਨ ਮੰਤਰੀ ਮੋਦੀ 15 ਦੇ ਵਿੱਚ ਲਾਹੌਰ ਦੀ ਯਾਤਰਾ ਤੇ ਜਾਂਦੇ ਨੇ ਤੇ ਇਹਨਾਂ ਦੇ ਹੀ ਜਿਹੜੇ ਇੱਕ ਸੀ ਰਾਮ ਮਾਧਵ, RSS ਦੇ ਵੱਡੇ ਲੀਡਰ ਨੇ, ਉਹਨਾਂ ਨੇ ਉਦੋਂ ਵੀ ਇਹ ਗੱਲ ਕਹੀ ਸੀ ਕਿ ਅਸੀਂ ਇੱਕ ਭਾਰਤ ਦੇਖਣਾ ਚਾਹੁੰਦੇ ਹਾਂ। ਜਦ ਕਿ ਉਹਦੀ ਬਾਅਦ ਵਿੱਚ ਆਲੋਚਨਾ ਵੀ ਹੋਈ ਸੀ ਕਿ ਜਦੋਂ ਤੁਹਾਡੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਗਏ ਹੋਏ ਨੇ ਤੇ ਇਹੋ ਜਿਹੀ ਗੱਲ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ। ਇਸੇ ਤਰੀਕੇ ਨਾਲ ਨਵੰਬਰ 2020 ਨੂੰ RSS ਨੇ ਇੱਕ ਕੈਲੰਡਰ ਜਾਰੀ ਕੀਤਾ ਸੀ ਜਿਹਦੇ ਤੇ ਅਖੰਡ ਭਾਰਤ ਦੀ ਫੋਟੋ ਸੀ। ਜਦੋਂ ਅਸੀਂ ਅਖੰਡ ਭਾਰਤ ਦੀ ਗੱਲ ਕਰਦੇ ਹਾਂ ਨੀਤਾ ਜੀ, ਤੇ ਇਹਦੇ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਨੇਪਾਲ, ਤਿੱਬਤ, ਮਿਆਂਮਾਰ ਤੇ ਮਾਲਦੀਵ ਵਰਗੇ ਮੁਲਕਾਂ ਨੂੰ ਸ਼ਾਮਲ ਕਰਕੇ ਇਹ ਇੱਕ ਪੁਰਾਣੇ ਜ਼ਮਾਨੇ ਦੇ ਅਖੰਡ ਭਾਰਤ ਦੀ ਗੱਲ ਕੀਤੀ ਜਾਂਦੀ ਆ। ਅੱਜ ਫੇਰ RSS ਦੇ ਜਿਹੜੇ ਸਰ ਸੰਚਾਲਕ ਜਿਨ੍ਹਾਂ ਨੂੰ ਕਹਿੰਦੇ ਆ ਮੋਹਨ ਭਾਗਵਤ, ਉਹਨਾਂ ਨੇ ਇੱਕ ਗੱਲ ਇਹ ਫੇਰ ਛੇੜੀ ਹੈ। ਉਹ ਆਪਣੇ ਬਿਆਨਾਂ ਲਈ ਕਈ ਵਾਰ ਜਾਣੇ ਜਾਂਦੇ ਨੇ ਤੇ ਅਸੀਂ ਇਹ ਵੀ ਜਾਣਦੇ ਹਾਂ ਕਿ RSS ਇੱਕ ਅਜਿਹੀ ਸੰਸਥਾ ਹੈ ਜਿਹੜੀ BJP ਦੇ ਪਿੱਛੇ ਐਜ਼ ਏ ਥਿੰਕ ਟੈਂਕ ਕੰਮ ਕਰਦੀ ਆ, ਜਿਹੜੀ ਕਿ ਹਮੇਸ਼ਾ ਆਪਣੇ ਆਪ ਨੂੰ ਇੱਕ ਸਮਾਜ ਸੇਵੀ ਸੰਸਥਾ, ਰਾਸ਼ਟਰੀ ਸਮਾਜ ਸੇਵੀ ਸੰਘ ਕਹਿੰਦੀ ਆ। ਤੇ ਉਹ ਉਹਨਾਂ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਨੇ, ਬਹੁਤ ਸਾਰੀਆਂ ਸਬ ਬ੍ਰਾਂਚਸ ਨੇ, ਕਲਾ ਨੂੰ ਲੈ ਕੇ, ਸਪੋਰਟਸ ਨੂੰ ਲੈ ਕੇ, ਸਮਾਜ ਸੇਵਾ ਨੂੰ ਲੈ ਕੇ, ਹੋਰ ਹਿੰਦੁਸਤਾਨ ਦੀਆਂ ਵੱਖ-ਵੱਖ ਚੀਜ਼ਾਂ ਨੂੰ ਲੈ ਕੇ ਕਈ ਗਿਣਤੀ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸ਼ਾਖਾਵਾਂ ਕੰਮ ਕਰਦੀਆਂ ਨੇ। ਮੈਨੂੰ ਉਹਨਾਂ ਨੂੰ ਦੇਖਣ ਦਾ ਮੌਕਾ ਵੀ ਮਿਲਿਆ, ਮੈਂ ਕਈਆਂ ਚੀਜ਼ਾਂ ਦੇ ਵਿੱਚ ਉਹਨਾਂ ਦੇ ਵਿੱਚ ਸ਼ਾਮਲ ਵੀ ਰਿਹਾ। ਬਹੁਤ ਸਾਫ਼ ਸੁਥਰੀਆਂ ਤੇ ਬਹੁਤ ਚੰਗੀਆਂ ਗੱਲਾਂ ਕਰਦੇ ਨੇ। ਪਰ ਫਿਰ ਵੀ ਜਿਹੜੇ ਮੋਹਨ ਭਾਗਵਤ ਨੇ ਜਾਂ ਇਹਨਾਂ ਤੋਂ ਪਹਿਲਾਂ ਜਿਹੜੇ ਵੀ ਸਰ ਸੰਚਾਲਕ ਰਹੇ ਨੇ, ਕੱਲੀ RSS ਹੀ ਨਹੀਂ, ਅਖੰਡ ਭਾਰਤ ਦੀ ਜਿਹੜੀ ਗੱਲਬਾਤ ਆ ਉਹਦੇ ਲਈ RSS, ਵਿਸ਼ਵ ਹਿੰਦੂ ਪਰਿਸ਼ਦ, ਸ਼ਿਵ ਸੈਨਾ ਦੇ ਨਾਲ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਜੁੜੀਆਂ ਰਹਿੰਦੀਆਂ ਨੇ। ਜੇ ਮੈਂ ਅਖੰਡ ਭਾਰਤ ਦੀ ਗੱਲ ਕਰਾਂ, ਇੰਨੇ ਮੁਲਕਾਂ ਨੂੰ ਜੋੜੀਏ ਤੇ ਜੇਕਰ ਅੱਜ ਅਸੀਂ ਉਸ ਅਖੰਡ ਭਾਰਤ ਦੀ ਕਲਪਨਾ ਕਰੀਏ ਤੇ ਉਹਦਾ ਨਕਸ਼ਾ ਦੇਖੀਏ ਤਾਂ ਉਹ ਬਹੁਤ ਵੱਡਾ ਨਕਸ਼ਾ ਨਜ਼ਰ ਆਉਂਦਾ ਹੈ। ਕੱਲਾ ਨਕਸ਼ਾ ਹੀ ਵੱਡਾ ਨਹੀਂ ਨਜ਼ਰ ਆਉਂਦਾ ਨੀਤਾ ਜੀ, 188 ਕਰੋੜ ਦੇ ਨੇੜੇ ਤੇੜੇ ਉਹਦੀ ਆਬਾਦੀ ਵੀ ਨਜ਼ਰ ਆਉਂਦੀ ਹੈ ਜੀ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਬੜੀਆਂ
ਸੋਹਣੀਆਂ ਵੀ ਲੱਗਦੀਆਂ ਨੇ ਦੇਖਣ ਨੂੰ ਕਿ ਮੁਲਕ ਵੱਡਾ ਹੋ ਜਾਏਗਾ, ਪਰ ਇਹ ਸਿਰਫ ਕਿਆਸ ਰਾਈਆਂ ਨੇ, ਜਾਂ ਤੁਸੀਂ ਇਦਾਂ ਕਹਿ ਲਓ ਡੇ ਡਰੀਮਿੰਗ ਆ। ਜੀ ਜੀ ਬਿਲਕੁਲ। ਬਹੁਤ ਲੰਬਾ ਚੌੜਾ ਇਹਦੇ ਪਿੱਛੇ ਘਾਲਣਾ ਆ। ਪਾਕਿਸਤਾਨ ਆਕੂਪਾਈਡ ਕਸ਼ਮੀਰ ਨੂੰ ਲੈਣ ਦੀਆਂ ਗੱਲਾਂ ਬੀਜੇਪੀ ਤੇ ਜਿਹੜੀ ਆਰਐਸਐਸ ਹੈ ਉਹ ਕਈ ਵਾਰ ਕਰਦੀ ਰਹਿੰਦੀ ਆ। ਸ਼ਿਵ ਸੈਨਾ ਵਾਲਿਆਂ ਨੇ ਕਿਹਾ ਕਿ ਤੁਹਾਨੂੰ ਰੋਕ ਕੌਣ ਰਿਹਾ, ਜੇ ਤੁਸੀਂ ਚਾਹੋ ਤੇ ਸਭ ਤੋਂ ਪਹਿਲਾਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਨੂੰ ਹੀ ਲੈ ਲਈਏ, ਪਹਿਲਾਂ ਉਹਨੂੰ ਜਿਹੜਾ ਸਾਡੇ ਪੁਰਾਣੇ ਨਕਸ਼ੇ 'ਚ ਜੰਮੂ ਕਸ਼ਮੀਰ ਦਾ ਉੱਪਰਲਾ ਹਿੱਸਾ ਜਿਹੜਾ ਕਿ 47 ਤੋਂ ਬਾਅਦ ਉੱਧਰ ਚਲਾ ਗਿਆ, ਬਾਅਦ ਵਿੱਚ ਗਿਆ, ਪਹਿਲਾਂ ਨਹੀਂ ਸੀ ਉਹ। ਤੇ ਉਹ ਸਾਰੀਆਂ ਚੀਜ਼ਾਂ ਇਹ ਕਰਦੇ ਰਹੇ ਨੇ। ਹੁਣ ਅੱਜ ਉਹਨਾਂ ਨੇ ਇਹ ਗੱਲ ਕਹੀ ਆ ਕਿ 15 ਸਾਲਾਂ ਦੇ ਵਿੱਚ ਹੀ ਅਸੀਂ ਆਪਣੀਆਂ ਅੱਖਾਂ ਨਾਲ ਅਖੰਡ ਭਾਰਤ ਦੇਖਾਂਗੇ। ਪਤਾ ਨਹੀਂ ਕੀ ਉਹਨਾਂ ਦੀ ਸੋਚ ਹੈ, ਕੀ ਉਹ ਕਹਿਣਾ ਚਾਹੁੰਦੇ ਨੇ, ਕਿਉਂਕਿ ਬਹੁਤ ਬੁੱਧੀਮਾਨ ਲੋਕ ਨੇ, ਬਹੁਤ ਸੋਚ ਸਮਝ ਕੇ ਬੋਲਦੇ ਨੇ। ਇਹਦੇ ਪਿੱਛੇ ਦੀ ਮਨਸ਼ਾ ਕੀ ਆ, ਕੀ ਉਹ ਕੋਈ ਹੋਰ ਇਹੋ ਜਿਹੀ ਰਾਜਨੀਤਿਕ ਘਟਨਾ ਹੋਣ ਵਾਲੀ ਆ ਜਿਸ ਤੋਂ ਪਹਿਲਾਂ ਗਰਾਊਂਡ ਤਿਆਰ ਕਰ ਰਹੇ ਨੇ ਕਿ ਲੋਕਾਂ ਦਾ ਜਿਹੜਾ ਧਿਆਨ ਆ ਉਹ ਕਿਸੇ ਹੋਰ ਪਾਸੇ ਚਲੇ ਜਾਏ ਤੇ ਸਰਕਾਰਾਂ ਕੁਝ ਹੋਰ ਕਰ ਦੇਣ। ਕਈ ਵਾਰ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਹਾਂ। ਤੇ ਮੌਜੂਦਾ ਸਥਿਤੀਆਂ ਦੇ ਵਿੱਚ ਜੇਕਰ ਅਖੰਡ ਭਾਰਤ ਦੀ ਗੱਲ ਕਰੀਏ ਤੇ ਇਹ ਸਿਰਫ ਔਰ ਸਿਰਫ ਇੱਕ ਕਿਆਸ ਰਾਈ, ਜਾਂ ਤੁਸੀਂ ਜਿੱਦਾਂ ਇਹਨੂੰ ਕਹਿ ਲਈਏ ਕਿ ਇੱਕ ਖਿਆਲ ਹੀ ਆ, ਇਹਦੀ ਕੋਈ ਧਾਰਨਾ ਨਜ਼ਰ ਆਉਂਦੀ ਨਹੀਂ। ਇਹ ਕਿਤੇ ਵੀ ਮੂਰਤੀਮਾਨ ਰੂਪ ਵਿੱਚ ਸਾਡੇ ਸਾਹਮਣੇ ਆਵੇ, ਅਜਿਹਾ ਬਿਲਕੁਲ ਨਹੀਂ ਲੱਗਦਾ। ਜੀ ਜੀ ਅੰਮ੍ਰਿਤ ਜੀ, ਹੁਣ ਵਕਤ ਦੀ ਕਮੀ ਕਰਕੇ ਆਪਾਂ ਹੋਰ ਮਸਲੇ ਨਹੀਂ ਛੇੜ ਸਕਦੇ। ਬਾਕੀ ਮਸਲੇ ਲਈ ਆਪਾਂ ਅਗਲੀ ਵਾਰ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ। ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ। ਤਦ ਤੱਕ ਲਈ ਧੰਨਵਾਦ।